गुड इवनिंग एवरीवन। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਆਪਾਂ ਡੇਲੀ ਲਾਈਵ ਕਲਾਸ ਲਗਾਈ ਦੀ ਆ, ਤਾਂ ਹੁਣ ਤੱਕ ਆਪਣਾ ਚੈਪਟਰ ਨੰਬਰ 5 ਕੰਪਲੀਟ ਹੋ ਚੁੱਕਿਆ ਜੀ। ਚੈਪਟਰ ਨੰਬਰ 5 ਸੀ ਕਲਾਸ +1 ਦਾ ਕੰਪਲੈਕਸ ਨੰਬਰ, ਤਾਂ ਉਹ ਸਾਰਾ ਮੇਰੇ ਕੋਲ ਕੀ ਹੋ ਚੁੱਕਿਆ, ਕੰਪਲੀਟ ਹੋ ਚੁੱਕਿਆ। ਐਂਡ ਆਪਾਂ ਕੱਲ੍ਹ ਸਟਾਰਟ ਕਰਿਆ ਸੀ ਇਸੇ ਹੀ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਚੈਪਟਰ ਨੰਬਰ 7 ਸਟਾਰਟ ਕਰਿਆ। ਚੈਪਟਰ ਨੰਬਰ 7 ਹੈ ਜੀ ਆਪਣੇ ਕੋਲ ਪਰਮੂਟੇਸ਼ਨ ਐਂਡ ਕੰਬੀਨੇਸ਼ਨ। ਤਾਂ ਆਪਾਂ ਇਹਦਾ ਪਰਮੂਟੇਸ਼ਨ ਕੱਲ੍ਹ ਸਟਾਰਟ ਕਰਿਆ ਸੀ, ਤਾਂ ਅੱਜ ਉਹਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ। ਤਾਂ ਆਪਣੀ ਕਲਾਸ ਲਾਈਵ ਕਲਾਸ ਸਟਾਰਟ ਹੋ ਚੁੱਕੀ ਆ, ਤਾਂ ਕਾਈਂਡਲੀ ਜੋ ਵੀ ਲਾਈਵ ਕਲਾਸ ਲਗਾ ਰਹੇ ਨੇ, ਤਾਂ ਲਾਈਵ ਕਲਾਸ ਦਾ ਲਿੰਕ ਆਪਣੇ ਜਿੰਨੇ ਵੀ ਦੋਸਤ ਨੇ ਉਹਨਾਂ ਸਾਰਿਆਂ ਤੱਕ ਲਾਈਵ ਕਲਾਸ ਦਾ ਲਿੰਕ ਪਹੁੰਚਦਾ ਕਰਿਆ ਜਾਵੇ, ਤਾਂ ਕਿ ਉਹ ਵੀ ਇਹਨਾਂ ਕਲਾਸਿਸ ਦਾ ਕੀ ਬੈਨੀਫਿਟ ਉਠਾ ਸਕਣ। ਤਾਂ ਅੱਜ ਆਪਾਂ ਸਟਾਰਟ ਕਰਦੇ ਹਾਂ ਜੀ ਆਪਣਾ ਅਗਲਾ ਟੌਪਿਕ। ਤਾਂ ਕੱਲ੍ਹ ਆਪਾਂ ਇਹਦੀ 7.1 ਐਕਸਰਸਾਈਜ਼ ਸਟਾਰਟ ਕਰ ਚੁੱਕੇ ਹਾਂ ਜੀ। ਤਾਂ ਅੱਜ ਆਪਾਂ ਉਸੇ ਨੂੰ ਹੀ ਕੰਟੀਨਿਊ ਕਰਾਂਗੇ। ਅੱਜ ਆਪਾਂ 7.2 ਅਤੇ 7.3 ਤੱਕ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਜੋ ਕਿਉਂਕਿ ਇਸ ਵਾਰ ਦਾ ਜੋ NCERT ਦੇ ਅਕੋਰਡਿੰਗ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ, ਉਹਦੇ ਵਿੱਚ 7 ਚੈਪਟਰ ਵੀ ਆ ਰਿਹਾ ਆ, ਤਾਂ ਆਪਾਂ ਇਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਅੱਜ ਆਪਾਂ ਸਟਾਰਟ ਕਰ ਰਹੇ ਹਾਂ ਜੀ ਪਰਮੂਟੇਸ਼ਨ। ਕੱਲ੍ਹ ਆਪਾਂ ਜਿੰਨੇ ਵੀ ਸਮ ਕਰੇ ਸੀ ਉਹਦੇ 'ਚ ਆਪਾਂ ਕੀ ਯੂਜ਼ ਕਰਿਆ ਸੀ, ਵਿਦਾਊਟ ਐਨੀ ਫਾਰਮੂਲਾ ਸੋਲਵ ਕਰਨ ਦੀ ਕੋਸ਼ਿਸ਼ ਕਰਿਆ ਸੀ। ਤਾਂ ਅੱਜ ਵੀ ਆਪਣੀ ਕੋਸ਼ਿਸ਼ ਉਹੀ ਹੋਏਗੀ, ਜਸਟ ਆਪਾਂ ਪਰਮੂਟੇਸ਼ਨ ਦਾ ਫਾਰਮੂਲਾ ਪੜ੍ਹਾਂਗੇ। ਅਤੇ ਬਟ ਜੇ ਆਪਣੇ ਕਰਾਂਗੇ ਕੀ, ਤਾਂ ਬਟ ਜੋ ਆਪਾਂ ਕਰਾਂਗੇ ਉਹਨੂੰ ਅਕੋਰਡਿੰਗ ਟੂ ਸਿਚੁਏਸ਼ਨ ਕਰਾਂਗੇ। ਉਹਦੇ 'ਚ ਮਤਲਬ ਕੀ ਯੂਜ਼ ਹੋ ਰਿਹਾ, ਆਪਾਂ ਆਪਣਾ ਮੈਂਟਲ ਐਬਿਲਿਟੀ ਦੇ ਹੀ ਕੁਐਸਚਨਸ ਹੁੰਦੇ ਨੇ ਨੀਅਰ ਅਬਾਊਟ, ਤਾਂ ਆਪਾਂ ਉਹਨੂੰ ਉਸੇ ਤਰ੍ਹਾਂ ਹੀ ਟੈਕਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ੍ਹ ਦੱਸ ਚੁੱਕਿਆ ਜੀ, ਪਰਮੂਟੇਸ਼ਨ ਕੀ ਹੁੰਦਾ ਜੀ ਮੇਰੇ ਕੋਲ ਇੱਕ। ਤਾਂ ਜਿਸ ਤਰ੍ਹਾਂ ਆਪਾਂ ਕੱਲ੍ਹ ਗੱਲ ਕਰ ਚੁੱਕੇ ਹਾਂ ਜੀ, ਪਰਮੂਟੇਸ਼ਨ ਹੁੰਦਾ ਕਿ ਇੱਕ ਤਰ੍ਹਾਂ ਦਾ ਅਰੇਂਜਮੈਂਟ ਹੁੰਦਾ, ਮਤਲਬ ਆਪਣੇ ਕੋਲ ਕੁਝ ਥਿੰਗਸ ਪਈਆਂ ਹੁੰਦੀਆਂ, ਉਹਨਾਂ ਨੂੰ ਕੀ ਕਰਨਾ ਹੁੰਦਾ, ਆਪਾਂ ਅਰੇਂਜ ਕਰਨਾ ਹੁੰਦਾ। ਸਪੋਜ਼ ਕਰੋ ਆਪਣੇ ਕੋਲ ਕਿੰਨੀਆਂ ਥਿੰਗਸ ਪਈਆਂ, n ਥਿੰਗਸ ਪਈਆਂ ਹੋਈਆਂ ਨੇ, ਮਤਲਬ n ਕੋਈ ਆਬਜੈਕਟਸ ਪਏ ਹੋਏ ਨੇ, ਆਪਾਂ ਇਹਨੂੰ ਆਬਜੈਕਟ ਵੀ ਬੋਲ ਦਿੰਦੇ ਹਾਂ। ਉਹਨਾਂ ਦੇ ਵਿੱਚੋਂ ਮੈਂ r ਆਬਜੈਕਟ ਨੂੰ ਕੀ ਕਰਨਾ ਆ, ਅਰੇਂਜ ਕਰਨਾ ਆ। ਜਿਸ ਤਰ੍ਹਾਂ ਕੱਲ੍ਹ ਮੈਂ ਬੁੱਕਸ ਦੀ ਐਗਜ਼ਾਮਪਲ ਦਿੱਤੀ ਸੀ, ਸਪੋਜ਼ ਕਰੋ ਮੇਰੇ ਕੋਲ 4 ਬੁੱਕਸ ਨੇ, ਤਾਂ ਉਹਨਾਂ ਦੇ ਵਿੱਚੋਂ ਮੈਂ 2 ਬੁੱਕਸ ਨੂੰ ਕੀ ਕਰਨਾ ਆ, ਅਰੇਂਜ ਕਰਨਾ। ਠੀਕ ਹੈ, 2 ਬੁੱਕਸ ਅਰੇਂਜ ਕਰਨੀਆਂ। ਤਾਂ ਆਪਾਂ ਕੀ ਕਰਨਾ ਸੀਗਾ, ਯਾਨੀ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ 4 ਬੁੱਕਸ ਨੂੰ ਅਰੇਂਜ ਕਰ ਸਕਦੇ ਹਾਂ। ਤਾਂ ਉਸੇ ਵਾਸਤੇ ਅੱਜ ਆਪਾਂ ਫਾਰਮੂਲਾ ਵੀ ਲਿਖਦੇ ਹਾਂ। ਤਾਂ ਆਪਾਂ ਕੀ ਲਿਖਾਂਗੇ, NPR। ਤਾਂ ਇਹਦਾ ਫਾਰਮੂਲਾ ਕੀ ਹੋਏਗਾ, ਮੇਰੇ ਕੋਲ n ਡਿਨੋਟ ਕਰ ਰਿਹਾ ਨੰਬਰ ਆਫ ਆਬਜੈਕਟਸ ਨੂੰ, n ਹੈ ਜੀ ਮੇਰੇ ਕੋਲ ਨੰਬਰ ਆਫ ਆਬਜੈਕਟਸ, ਐਂਡ r ਕੀ ਆ, ਨੰਬਰ ਆਫ ਆਬਜੈਕਟਸ ਜੋ ਆਪਾਂ ਸਿਲੈਕਟ ਕਰਨੇ ਨੇ। ਨੰਬਰ ਆਫ ਆਬਜੈਕਟਸ ਨਾਲ ਨਾਲ ਨੋਟ ਕਰਦੇ ਜਾਇਆ ਕਰੋ ਜੀ, ਕਮੈਂਟ ਕਰਦੇ ਜਾਇਆ ਕਰੋ ਜੋ ਤੁਹਾਨੂੰ ਨਹੀਂ ਸਮਝ ਲੱਗਦਾ, ਤਾਂ ਉਹ ਵੀ ਆਪਾਂ ਨਾਲ ਨਾਲ ਫਿਰ ਜੇ ਕਮੈਂਟ ਪੜ੍ਹ ਕੇ ਮੈਨੂੰ ਪਤਾ ਲੱਗਦਾ ਰਹੇਗਾ ਤਾਂ ਮੈਂ ਉਹਦਾ ਰਿਪਲਾਈ ਕਰਦਾ ਰਹਾਂਗਾ। ਤਾਂ ਨੰਬਰ ਆਫ ਆਬਜੈਕਟਸ ਆਰ ਕੀ ਆ, ਆਪਾਂ ਅਰੇਂਜ ਕਰਨੇ ਨੇ ਜੋ। ਠੀਕ ਹੈ ਜੀ, ਤਾਂ ਇਹ ਮੇਰੇ ਕੋਲ ਕੀ ਬਣ ਗਿਆ ਫਾਰਮੂਲਾ। ਹੁਣ ਇਸ ਫਾਰਮੂਲੇ ਦੀ ਵੈਲਿਊ ਕਿੰਨੀ ਹੁੰਦੀ ਆ ਉਹ ਵੀ ਆਪਾਂ ਦੇਖਣੀ ਆ ਜੀ। NPR ਮਤਲਬ ਇਹਦਾ ਵੈਲਿਊ ਹੋਏਗੀ ਉੱਪਰ n ਫੈਕਟੋਰੀਅਲ। ਤਾਂ ਫੈਕਟੋਰੀਅਲ ਦਾ ਮੀਨਿੰਗ ਇਸ ਤੋਂ ਬਾਅਦ ਆਪਾਂ ਕਰਦੇ ਹਾਂ, ਇਹਦਾ ਮੀਨਿੰਗ ਕੀ ਹੁੰਦਾ, n - r ਫੈਕਟੋਰੀਅਲ। ਠੀਕ ਹੈ ਜੀ, r ਦੂਸਰੇ ਵਾਲਾ ਪਾਇਆ ਤਾਂ ਆਪਾਂ ਇਹਦੇ 'ਚ ਵੀ r ਇਸ ਤਰ੍ਹਾਂ ਵਾਲਾ ਯੂਜ਼ ਕਰ ਸਕਦੇ ਹਾਂ। ਤਾਂ ਇਹਨੂੰ ਤੁਸੀਂ ਨੋਟ ਕਰ ਲਓ, ਵੈਰੀ ਇੰਪੋਰਟੈਂਟ ਹੈ ਜੀ। ਹਾਂਜੀ, ਤਾਂ ਅੱਗੇ ਚੱਲਦੇ ਹਾਂ ਜੀ। ਆਪਾਂ ਹੁਣ ਆਪਾਂ ਫੈਕਟੋਰੀਅਲ ਬਾਰੇ ਗੱਲ ਕਰਾਂਗੇ। ਤਾਂ ਅੱਗੇ ਆਪਾਂ ਡਿਸਕਸ਼ਨ ਕਰਨ ਲੱਗੇ ਹਾਂ ਜੀ ਫੈਕਟੋਰੀਅਲ ਦਾ। ਤਾਂ ਦੇਖੋ ਜੀ, ਫੈਕਟੋਰੀਅਲ ਕੀ ਹੁੰਦਾ ਮੇਰੇ ਕੋਲ। ਫੈਕਟੋਰੀਅਲ ਜਿਸ ਤਰ੍ਹਾਂ ਮੈਂ ਬੋਲਦਾ 5 ਫੈਕਟੋਰੀਅਲ, ਤਾਂ 5 ਫੈਕਟੋਰੀਅਲ ਦਾ ਮਤਲਬ ਕੀ ਹੈ, ਇਹ ਇਸ ਤਰ੍ਹਾਂ ਦੇ ਨੰਬਰ ਇਹਦੇ ਵਿੱਚ ਹੁੰਦੇ ਨੇ ਜਿਸ ਤਰ੍ਹਾਂ ਆਪਾਂ ਕੀ ਹੈ ਇੱਕ ਸੀਰੀਅਲ ਆਰਡਰ ਦੇ ਵਿੱਚ ਆਪਾਂ ਰੱਖ ਦਿੰਦੇ ਹਾਂ। ਦੇਖੋ ਜੀ, ਇਹ 1 2 3 4 5। ਜੇ ਆਪਾਂ ਉੱਪਰ ਤੋਂ ਦੇਖਣਾ ਹੋਵੇ ਤਾਂ ਮੇਰੇ ਕੋਲ ਸਭ ਤੋਂ ਫਸਟ ਵਾਲਾ ਨੰਬਰ ਕਿਹੜਾ ਡਿਸਪਲੇ ਹੋ ਰਿਹਾ, 5 ਹੋ ਰਿਹਾ। ਜਾਂ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਕਾਰਡਸ ਦੇਖੇ ਹੋਣੇ ਆ, ਜਿਹਨੂੰ ਆਪਾਂ ਤਾਸ਼ ਵੀ ਬੋਲਦੇ ਨੇ ਪੰਜਾਬੀ ਦੇ ਵਿੱਚ, ਕਾਰਡਸ ਹੁੰਦੇ ਆ। ਤਾਂ ਉਹਨਾਂ ਦੀ ਨੰਬਰਿੰਗ ਜੇ ਆਪਾਂ ਸੀਰੀਅਲ ਆਰਡਰ ਦੇ ਵਿੱਚ ਦੇਖੀ ਜਾਏ ਤਾਂ ਇਸ ਤਰ੍ਹਾਂ ਹੁੰਦੀ ਆ। ਪਹਿਲਾ ਫਸਟ ਕਾਰਡ ਲਿਖਿਆ ਹੁੰਦਾ, ਫਿਰ ਇਹਦੇ ਉੱਪਰ ਸੈਕਿੰਡ ਹੁੰਦਾ ਜੀ, ਫਿਰ ਇਹਦੇ ਉੱਪਰ ਥਰਡ ਹੁੰਦਾ, ਫਿਰ ਉੱਪਰ ਦੇ ਉੱਪਰ ਚੱਲਦਾ ਜਾਂਦਾ। ਪਰ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਬਲਕ ਦੇ ਵਿੱਚ ਦੇਖਦੇ ਹਾਂ, ਆਪਾਂ ਨੂੰ ਸਿਰਫ ਉੱਪਰੋਂ ਹੀ 4 ਨੰਬਰ ਦਿਖਾਈ ਦੇ ਰਿਹਾ। ਤਾਂ ਉਹ ਇਹਦਾ ਮਤਲਬ ਕੀ ਹੁੰਦਾ, ਇਹਦੇ ਨੀਚੇ 4 ਵੀ ਹੈ, ਇਹਦੇ ਨੀਚੇ 3 ਵੀ ਹੈ, ਇਹਦੇ ਨੀਚੇ 2 ਵੀ ਹੈ, ਇਹਦੇ ਨੀਚੇ 1 ਵੀ ਹੈ। ਇਸੇ ਤਰ੍ਹਾਂ ਅਗਰ ਆਪਾਂ ਨੰਬਰ ਸਿਸਟਮ ਦੇ ਵਿੱਚ ਇਹਨੂੰ ਦੇਖੀਏ ਤਾਂ ਉੱਪਰ ਤੋਂ ਅਗਰ ਆਪਾਂ ਇਹਨੂੰ ਦੇਖਣਾ ਹੋਵੇ ਇਸ ਤਰ੍ਹਾਂ ਬ੍ਰਿਕ ਵਾਈਜ਼, ਤਾਂ ਆਪਣੇ ਕੋਲ ਕਿਹੜਾ ਦਿਖ ਰਿਹਾ, ਇਸ ਤਰ੍ਹਾਂ ਆਪਾਂ ਇਹਨੂੰ ਖੜਾ ਕਰ ਦਈਏ ਤਾਂ 5 ਆ। ਤਾਂ ਅਗਰ ਮੈਂ 5 ਹਟਾ ਦੇਵਾਂ ਤਾਂ ਉਸ ਤੋਂ ਬਾਅਦ ਮੈਨੂੰ ਕੌਣ ਦਿਖਾਈ ਦੇਵੇਗਾ, 4। ਤਾਂ ਇਸ ਤਰ੍ਹਾਂ ਅਗਰ ਆਪਾਂ 5 ਨੂੰ ਲਿਖਣਾ ਹੋਵੇ ਤਾਂ 5 ਫੈਕਟੋਰੀਅਲ ਕਿਹਦੇ ਬਰਾਬਰ ਆ, 5 ×
4 फैक्टोरियल, मतलब मैं 5 ਨੂੰ ਸਾਈਡ 'ਤੇ ਕਰ ਦਿੱਤਾ तो फिर मेरे को नीचे नंबर ਕਿਹੜਾ ਦਿਖਾਈ ਦੇ ਰਿਹਾ 4। ਤਾਂ ਦੇਖੋ ਅਗਰ मैं ਇਸ ਨੂੰ 4 ਵੀ ਉੱਪਰੋਂ ਹਟਾ ਦੇਵਾਂ ਤਾਂ ਮੈਨੂੰ ਕਿਹੜਾ ਨੰਬਰ ਇਹਦੇ ਤੋਂ ਦਿਖਣਾ ਸਟਾਰਟ ਹੋ ਜਾਏਗਾ, 3 ਨੰਬਰ ਸਟਾਰਟ ਹੋ ਜਾਏਗਾ। ਤਾਂ ਇਹਨੂੰ ਮੈਂ ਲਿਖ ਸਕਦਾ 3 ਫੈਕਟੋਰੀਅਲ। ਤਾਂ ਅਗਰ ਦੇਖੋ ਮੈਂ 3 ਵੀ ਹਟਾ ਦੇਵਾਂ ਤਾਂ ਉਹ ਕਿਹਦੇ ਬਰਾਬਰ ਹੋਏਗਾ, 4 × 3 ਹਟਾ ਦਿੱਤਾ ਇਹਦੇ ਤੋਂ, 3 ਸਕਿਪ ਕਰ ਦਿੱਤਾ ਤਾਂ ਦੇਖੋ 2 ਸ਼ੋ ਹੋਣ ਲੱਗ ਪਏਗਾ ਮੇਰੇ ਕੋਲ ਇੱਥੇ। ਤਾਂ ਉਹ ਕਿਹਦੇ ਬਰਾਬਰ ਹੋ ਗਿਆ, 2 ਫੈਕਟੋਰੀਅਲ ਦੇ ਬਰਾਬਰ ਹੋ ਗਿਆ। ਤਾਂ ਅਗਰ ਦੇਖੋ ਮੈਂ 2 ਵੀ ਹਟਾ ਦੇਵਾਂ ਤਾਂ ਫਿਰ ਮੇਰੇ ਕੋਲ ਕੌਣ ਡਿਸਪਲੇ ਹੋ ਜਾਏਗਾ, 5 × 4 × 3 × 2 × 1। ਤਾਂ ਐਕਚੁਅਲ ਦੇ ਵਿੱਚ 5 ਫੈਕਟੋਰੀਅਲ ਦਾ ਮਤਲਬ ਕੀ ਆ, ਇਹ ਅਪ ਟੂ ਜੋ 5 ਹੈ ਉਹ ਸਾਰਿਆਂ ਦੀ ਮਲਟੀਪਲਾਈ ਨੂੰ ਇਕੱਠਾ ਕਰਕੇ ਰੱਖਦਾ ਆ। ਇਹਨੂੰ ਕਿਉਂ ਯੂਜ਼ ਕੀਤਾ ਜਾਂਦਾ, ਸਪੋਜ਼ ਕਰੋ ਆਪਾਂ ਕੀ ਕਰਨਾ ਹੋਵੇ, 100 ਦੀ ਮਲਟੀਪਲਾਈ ਸ਼ੋ ਕਰਨੀ ਹੋਵੇ, ਮਤਲਬ 100, 99, 98, 97, ਤਾਂ ਉਹ ਸਾਰਾ ਲਿਖਣਾ ਕਿੰਨਾ ਟਫ ਹੋਏਗਾ। ਤਾਂ ਉਹਦੇ ਵਾਸਤੇ ਕੀ ਕਰਿਆ, ਇੱਕ ਸਿੰਬਲ ਯੂਜ਼ ਕੀਤਾ ਫੈਕਟੋਰੀਅਲ। ਤਾਂ ਇਹਦਾ ਮੀਨਿੰਗ ਕੀ ਆ, ਇਹਦੇ 'ਚ ਕਿਹੜੇ ਨੰਬਰ ਆ, 100 ਮਲਟੀਪਲਾਈ 99, 98 ਐਂਡ ਇਹ ਚੱਲਦਾ ਜਾ ਰਿਹਾ, ਕਿੱਥੋਂ ਤੱਕ ਚੱਲ ਰਿਹਾ, ਇਹਦਾ ਲਾਸਟ ਡਿਜਿਟ ਕਿਹੜਾ ਆ, 1 ਆ, ਯਾਨੀ ਕਿ ਲਾਸਟ 'ਤੇ ਜਾ ਕੇ ਤੁਹਾਡੇ ਕੋਲ ਕੀ ਹੋਏਗਾ, 3, 2 ਅਤੇ 1। ਤਾਂ ਇਸ ਤਰ੍ਹਾਂ ਚੱਲਦਾ ਜਾ ਰਿਹਾ। ਤਾਂ ਇਹ ਹੋ ਗਿਆ ਫੈਕਟੋਰੀਅਲ ਦਾ ਮੇਰੇ ਕੋਲ ਕੰਸੈਪਟ। ਯੂਜ਼ ਕਿਉਂ ਹੁੰਦਾ, ਹਾਇਰ ਬਹੁਤ ਵੱਡੀ ਜੋ ਵੈਲਿਊ ਆ ਉਹਦੀ ਮਲਟੀਪਲਾਈ ਨੂੰ ਸ਼ੋ ਕਰਨ ਵਾਸਤੇ ਹੁੰਦਾ ਆ। ਠੀਕ ਹੈ ਜੀ। ਤਾਂ ਚਲੋ ਹੁਣ ਆਪਾਂ ਇਹਨੂੰ ਦੇਖਦੇ ਹਾਂ, ਅਗਰ ਇਹਦੀ ਜਗ੍ਹਾ ਮੇਰੇ ਕੋਲ ਕੀ ਆ ਜਾਏ, n ਫੈਕਟੋਰੀਅਲ ਆ ਜਾਵੇ। ਤਾਂ n ਫੈਕਟੋਰੀਅਲ ਦਾ ਕੰਸੈਪਟ ਵੀ ਆਪਾਂ ਸਮਝਦੇ ਹਾਂ, ਤਾਂ ਬੜੇ ਧਿਆਨ ਨਾਲ ਦੇਖਣਾ, ਬਹੁਤ ਈਜ਼ੀ ਟੌਪਿਕ ਆ। n ਫੈਕਟੋਰੀਅਲ ਕੀ ਹੈ ਮੇਰੇ ਕੋਲ, ਅਗਰ ਇਹਨੂੰ ਦੇਖਣਾ ਹੋਵੇ ਤਾਂ ਦੇਖੋ ਇਹਨੂੰ ਡਿਕਰੀਜ਼ ਕਰਦੇ ਜਾਣਾ, n × n - 1, n - 2, n - 3। ਇਹ ਕਿੱਥੋਂ ਤੱਕ ਚੱਲਦਾ ਜਾਏਗਾ, ਇਹਦਾ ਲਾਸਟ ਵਾਲਾ ਡਿਜਿਟ ਹੋਏਗਾ 1, ਉਸ ਤੋਂ ਅੱਗੇ 2, ਉਸ ਤੋਂ ਅੱਗੇ 3 ਐਂਡ ਇਹ ਕੰਸੈਪਟ ਮੇਰੇ ਕੋਲ ਚੱਲਦਾ ਜਾਏਗਾ। ਤਾਂ ਇਸ ਤਰ੍ਹਾਂ ਤੁਸੀਂ ਕਿਸੇ ਵੀ ਫੈਕਟੋਰੀਅਲ ਦੀ ਵੈਲਿਊ ਚੈੱਕ ਕਰ ਸਕਦੇ ਹਾਂ। ਫਾਰ ਐਗਜ਼ਾਮਪਲ ਅਗਰ ਆਪਾਂ ਚੈੱਕ ਕਰਨੀ ਹੋਵੇ ਤਾਂ ਥੋੜ੍ਹੇ ਜਿਹੇ ਆਪਾਂ ਸਟਾਰਟ ਵੀ ਕਰਦੇ ਹਾਂ ਜੀ। ਲਓ ਜੀ, 1 ਫੈਕਟੋਰੀਅਲ ਅਗਰ ਮੈਂ ਚੈੱਕ ਕਰਨਾ ਹੋਇਆ ਤਾਂ ਉਹਦੀ ਵੈਲਿਊ ਕਿੰਨੀ ਹੋਏਗੀ, 1। ਅਗਰ 2 ਫੈਕਟੋਰੀਅਲ ਚੈੱਕ ਕਰਨਾ ਹੋਏਗਾ ਤਾਂ ਇਹਨੂੰ ਕੀ ਲਿਖਾਂਗੇ, 2 × 1, ਯਾਨੀ ਕਿ ਇਹਦੀ ਵੈਲਿਊ ਹੋਏਗੀ 2। ਅਗਰ 3 ਫੈਕਟੋਰੀਅਲ ਚੈੱਕ ਕਰਨਾ ਹੋਏ ਤਾਂ ਇਹ ਹੋ ਗਿਆ ਮੇਰੇ ਕੋਲ ਜੀ 3 × 2 × 1, ਇਹਦੀ ਵੈਲਿਊ ਹੋਗੀ 6। ਐਂਡ 4 ਫੈਕਟੋਰੀਅਲ ਦਾ ਮਤਲਬ ਕੀ ਹੋਏਗਾ, 4 × 3 × 2 × 1 ਵਿਚ ਇਜ਼ ਇਕੁਅਲ ਟੂ 24। ਤਾਂ ਸਿਮਿਲਰ ਅੱਗੇ ਚੈੱਕ ਕਰਦੇ ਹਾਂ ਜੀ। 5 ਫੈਕਟੋਰੀਅਲ ਦਾ ਮੀਨਿੰਗ ਕੀ ਆ, 5 × 4 × 3 × 2 × 1 ਵਿਚ ਇਜ਼ ਇਕੁਅਲ ਟੂ 120। ਐਂਡ ਸਿਮਿਲਰ ਆਪਾਂ 6 ਫੈਕਟੋਰੀਅਲ ਚੈੱਕ ਕਰ ਲੈਂਦੇ ਹਾਂ, ਇੰਨੀ ਕੀ ਲਿਖਾਂਗੇ। ਬਾਕੀ ਇਸ ਤੋਂ ਅਗਰ ਤੁਹਾਨੂੰ ਅੱਗੇ ਕੈਲਕੂਲੇਸ਼ਨ ਚਾਹੀਦੀ ਹੋਈ ਤਾਂ ਤੁਸੀਂ ਆਪਣੇ ਆਪ ਕਰਕੇ ਦੇਖ ਸਕਦੇ ਹੋ। ਤਾਂ 6 ਫੈਕਟੋਰੀਅਲ ਦੀ ਵੈਲਿਊ ਤੁਹਾਡੇ ਕੋਲ ਕਿੰਨੀ ਹੋਏਗੀ, ਹਾਂਜੀ 120 ਨੂੰ 6 ਦੇ ਨਾਲ ਮਲਟੀਪਲਾਈ ਕਰ ਦਿਓ, 0। ਠੀਕ ਹੈ, ਜਿਹਨਾਂ ਮਲਟੀਪਲਾਈ ਕੀਤਾ ਤਾਂ ਇਹ ਤੁਹਾਡੇ ਕੋਲ ਬਣ ਗਿਆ 720। ਠੀਕ ਹੈ ਜੀ। ਯਾਨੀ ਕਿ ਅਗਰ ਤੁਸੀਂ ਇਸ ਤੋਂ ਅਗਲੇ ਫੈਕਟੋਰੀਅਲ ਦੀ ਵੈਲਿਊ ਫਾਈਂਡ ਕਰਨੀ ਹੈ 7 ਫੈਕਟੋਰੀਅਲ ਦੀ, ਤਾਂ ਤੁਹਾਨੂੰ ਉਹਦਾ ਮਤਲਬ ਕੀ ਹੋਏਗਾ, 7 × 6 ਫੈਕਟੋਰੀਅਲ। ਤਾਂ 6 ਫੈਕਟੋਰੀਅਲ ਦੀ ਵੈਲਿਊ ਆਪਾਂ ਪਹਿਲਾਂ ਹੀ ਫਾਈਂਡ ਕਰ ਚੁੱਕੇ ਹਾਂ, 7 ਹੋ ਗਿਆ। ਤਾਂ ਇਹਨੂੰ ਜਦੋਂ ਤੁਸੀਂ ਸੋਲਵ ਕਰੋਗੇ ਹੋ ਜਾਏਗਾ 5040। ਕਲੀਅਰ ਹੈ ਜੀ। ਤਾਂ ਹੁਣ ਆਪਾਂ ਇਹਦੇ ਬੇਸ 'ਤੇ ਕੁਛ ਕੁਐਸਚਨਸ ਕਰਦੇ ਹਾਂ, ਤਾਂ ਫਿਰ ਉਸ ਤੋਂ ਅੱਗੇ ਕੀ ਕਰਾਂਗੇ, ਆਪਾਂ ਦੇਖਦੇ ਹਾਂ ਇਹਦੀ ਐਕਸਰਸਾਈਜ਼ ਦੇ ਵਿੱਚ ਕਿਹੜੇ ਸਾਹਮਣੇ ਜਾਂ ਇਸ ਤੋਂ ਅੱਗੇ ਕੀ ਆਉਂਦਾ ਹੈ। ਓਕੇ ਜੀ। ਤਾਂ ਪਹਿਲਾ ਕੁਐਸਚਨ 5 ਫੈਕਟੋਰੀਅਲ ਨੂੰ ਇਵੈਲੂਏਟ ਕਰਨਾ, ਤਾਂ ਆਪਾਂ ਕਰ ਹੀ ਚੁੱਕੇ ਹਾਂ। 5 ਫੈਕਟੋਰੀਅਲ ਦਾ ਮੀਨਿੰਗ ਕੀ ਸੀਗਾ ਮੇਰੇ ਕੋਲ, 5 × 4 × 3 × 2 × 1 ਵਿਚ ਇਜ਼ ਇਕੁਅਲ ਟੂ 120। ਤਾਂ ਸਿਮਿਲਰ ਆਪਾਂ 7 ਫੈਕਟੋਰੀਅਲ ਹੁਣੇ ਕਰਕੇ ਹਟੇ ਹਾਂ, ਲਾਸਟ ਵਾਲੇ ਕੁਐਸਚਨ ਲਾਸਟ ਵਾਲਾ। ਇਹਦਾ ਮੀਨਿੰਗ ਕੀ ਸੀ, 7 × 6 × 5 × ਓਕੇ ਮੈਂ 5 ਫੈਕਟੋਰੀਅਲ 'ਤੇ ਸਟੋਪ ਕਰ ਦਿੰਦਾ, ਕਿਉਂਕਿ 5 ਫੈਕਟੋਰੀਅਲ ਦੀ ਵੈਲਿਊ ਮੈਂ ਉੱਪਰ ਸੋਲਵ ਕਰ ਚੁੱਕਿਆ। ਅਤੇ ਹੋ ਗਿਆ ਜੀ 42। ਇਹਦੀ ਵੈਲਿਊ ਮੇਰੇ ਕੋਲ ਹੋਣੀ ਆ ਜੀ 122। ਤਾਂ ਦੇਖੋ ਜਿੱਥੇ ਤੁਸੀਂ ਫੈਕਟੋਰੀਅਲ ਸਟੋਪ ਕਰਨਾ ਹੈ ਤਾਂ ਉਹਦੇ ਪਿੱਛੇ ਤੁਸੀਂ ਇੱਕ ਇਹ ਵਾਲਾ ਸਿੰਬਲ ਯੂਜ਼ ਕਰਨਾ, ਯਾਨੀ ਕਿ ਤੁਸੀਂ ਡੰਡਾ ਜਿਹਾ ਲਗਾ ਦੇਣਾ। ਤਾਂ ਇਹਨੂੰ ਕੀ ਬੋਲਦੇ ਆਪਾਂ, ਫੈਕਟੋਰੀਅਲ। ਤਾਂ ਕੁਛ ਲੋਕ ਇਹਨੂੰ ਫੈਕਟੋਰੀਅਲ ਨੂੰ ਇਸ ਤਰ੍ਹਾਂ ਦਾ ਸਿੰਬਲ ਵੀ ਯੂਜ਼ ਕਰਦੇ ਆ। ਤਾਂ ਤੁਸੀਂ ਦੋਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਸਿੰਬਲ ਨੂੰ ਯੂਜ਼ ਕਰ ਸਕਦੇ ਹੋ। ਤਾਂ ਫਿਰ ਅੱਗੇ ਚੱਲਦੇ ਹਾਂ ਜੀ। ਦੇਖੋ ਹੁਣ ਨੈਕਸਟ ਵਾਲਾ ਕੁਐਸਚਨ ਹੈ ਜੀ ਮੇਰੇ ਕੋਲ, ਇਹਨਾਂ ਦੋ ਨੂੰ ਸਬਟਰੈਕਟ ਕਰਕੇ ਲਿਖਣਾ। ਥਰਡ ਕੁਐਸਚਨ ਆਪਾਂ ਕਰਕੇ ਲਿਖ ਲੈਂਦੇ। ਓਕੇ ਜੀ, ਇਹਦੀ ਵੈਲਿਊ ਸੀ ਲਾਸਟ ਵਾਲੇ ਸਮ 'ਚ ਆਪਾਂ ਕਰ ਚੁੱਕੇ ਹਾਂ ਜੀ 5040। ਤਾਂ ਥਰਡ ਕੁਐਸਚਨ ਹੈ ਜੀ 7 ਫੈਕਟੋਰੀਅਲ - 5 ਫੈਕਟੋਰੀਅਲ। ਤਾਂ ਇਹਦੀ ਵੈਲਿਊ ਕਿੰਨੀ ਆ, ਇਹਨੂੰ ਲਿਖਾਂਗੇ 5040 - 120। ਹਾਂਜੀ, ਜਦੋਂ ਆਪਾਂ ਦੋਨਾਂ ਨੂੰ ਸੋਲਵ ਕਰ ਦਿੰਦੇ ਹਾਂ ਤਾਂ ਦੇਖੋ ਕਿੰਨਾ ਆ ਰਿਹਾ ਜੀ। ਫਟਾਫਟ ਜਿਹਨੇ ਕਰ ਲਿਆ ਤਾਂ ਕਮੈਂਟ ਦੇ ਵਿੱਚ ਆਪਣੇ ਕੋਲ ਕੀ ਕਰਦੇ, ਮੈਂਸ਼ਨ ਕਰਦੇ। ਤਾਂ ਓਕੇ, ਜਦੋਂ ਤੁਸੀਂ 5040 ਚੋਂ 120 ਮਾਈਨਸ ਕਰਦੇ ਹੋ ਤਾਂ ਵਿਚ ਇਜ਼ ਇਕੁਅਲ ਟੂ 4920। ਕਲੀਅਰ ਹੈ ਜੀ। ਤਾਂ ਇਹਦਾ ਆਨਸਰ ਆ ਗਿਆ ਜੀ। ਤਾਂ
ਆਪਣੇ ਜਿੰਨੇ ਵੀ ਦੋਸਤ ਨੇ ਸਾਰਿਆਂ ਦੇ ਨਾਲ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ ਜੀ। ਤਾਂ ਜੇ ਕਿਸੇ ਨੇ ਚੈਨਲ ਹਾਲੇ ਵੀ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਾਈਂਡਲੀ ਚੈਨਲ ਸਬਸਕ੍ਰਾਈਬ ਕਰ ਦਿਓ, ਕਿਉਂਕਿ ਕਈ ਵਾਰ ਤੁਹਾਡੇ ਤੱਕ ਲਿੰਕ ਨਹੀਂ ਪਹੁੰਚਦਾ। ਤਾਂ ਅਗਰ ਚੈਨਲ ਸਬਸਕ੍ਰਾਈਬ ਕਰਿਆ ਹੋਏਗਾ ਤਾਂ ਤੁਹਾਡੇ ਕੋਲ ਆਪਣੇ ਆਪ ਕੀ ਆ ਜਾਏਗੀ, ਉਹਦੀ ਨੋਟੀਫਿਕੇਸ਼ਨ ਆ ਜਾਏਗੀ। ਤਾਂ ਓਕੇ ਜੀ, ਅਗਲਾ ਦੇਖੋ ਕੁਐਸਚਨ ਨੰਬਰ ਐਗਜ਼ਾਮਪਲ ਨੰਬਰ 6 ਆ ਜੀ NCERT ਮੈਥ ਦੇ ਵਿੱਚ 7 ਫੈਕਟੋਰੀਅਲ ਅਪੋਨ 5 ਫੈਕਟੋਰੀਅਲ। ਤਾਂ ਇਹ ਕਿਹਦੇ ਇਕੁਅਲ ਹੁੰਦਾ? ਤਾਂ ਹੁਣ ਦੇਖੋ ਤੁਸੀਂ ਕੀ ਕਰਨਾ ਇੱਦਾਂ ਦੇ ਸਮਸ ਦੇ ਵਿੱਚ ਜੋ ਨੀਚੇ ਹੋਵੇ, ਜੋ ਦੋਨਾਂ ਦੇ ਵਿੱਚੋਂ ਛੋਟਾ ਹੋਵੇ ਤਾਂ ਬੜੇ ਫੈਕਟੋਰੀਅਲ ਨੂੰ ਛੋਟੇ ਫੈਕਟੋਰੀਅਲ ਦੇ ਵਿੱਚ ਆਪਾਂ ਚੇਂਜ ਕਰਨਾ। ਤਾਂ ਦੇਖੋ ਨੀਚੇ 5 ਫੈਕਟੋਰੀਅਲ ਆ ਤਾਂ 7 ਫੈਕਟੋਰੀਅਲ ਨੂੰ 5 ਫੈਕਟੋਰੀਅਲ 'ਚ ਚੇਂਜ ਕਰਨਾ ਹੈ। ਤਾਂ ਕਿੱਦਾਂ ਕਰਾਂਗੇ? ਦੇਖੋ 7 ਨੂੰ ਲਿਖ ਸਕਦੇ ਹਾਂ 7 × 6 ਤਾਂ 5 ਸ਼ੋ ਹੋ ਗਿਆ ਤੁਹਾਨੂੰ। ਤਾਂ 5 ਦੇਖੋ ਇਸ ਤਰ੍ਹਾਂ ਜਿਵੇਂ 7 6 5 4 3 2 1। ਤਾਂ ਇਹ ਉੱਪਰਲੇ ਦੋ ਇਹਦੇ ਤੋਂ ਨੰਬਰ ਹਟਾ ਦਿੱਤੇ, ਸਾਈਡ 'ਤੇ ਕਰ ਦਿੱਤੇ, ਅਤੇ ਕੌਣ ਸ਼ੋ ਹੋਣ ਲੱਗ ਪਿਆ ਮੇਰੇ ਕੋਲ 5। ਤਾਂ 5 ਸ਼ੋ ਹੋਣ ਲੱਗ ਪਿਆ, ਇਹਦੇ ਅੱਗੇ ਫੈਕਟੋਰੀਅਲ ਲਗਾ ਦਿੱਤੇ, ਇਹਦਾ ਕੰਮ ਖਤਮ ਹੋ ਗਿਆ। ਤਾਂ ਡਿਨੋਮੀਨੇਟਰ ਦੇ ਵਿੱਚ ਕਿੰਨਾ ਹੈ ਮੇਰੇ ਕੋਲ 5 ਫੈਕਟੋਰੀਅਲ। ਤਾਂ ਦੋਨੋਂ ਕੈਂਸਲ ਹੋ ਗਏ। ਤਾਂ ਜਸਟ ਮੇਰੇ ਕੋਲ ਕੀ ਬਚਿਆ 7 × 6। 7 × 6 = 42। ਐਂਡ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਇਸੇ ਦਾ ਹੀ। ਤਾਂ ਆਂਸਰ ਮੇਰਾ ਜਸਟ ਕੀ ਹੈ ਜੀ ਇਹਦਾ 42। ਤਾਂ ਸੈਕਿੰਡ ਕੁਐਸਚਨ 12 ਫੈਕਟੋਰੀਅਲ ਅਪੋਨ 10 ਫੈਕਟੋਰੀਅਲ ਇੰਟੂ 2 ਫੈਕਟੋਰੀਅਲ। ਤਾਂ ਹੁਣ ਦੇਖੋ 12 ਫੈਕਟੋਰੀਅਲ ਉੱਪਰ ਸ਼ੋ ਹੋ ਰਿਹਾ, ਨੀਚੇ 11 ਹੋਏਗਾ ਤਾਂ 10 'ਤੇ ਜਾ ਕੇ ਕੀ ਕਰ ਸਕਦੇ ਆਪਾਂ ਇਹਨੂੰ ਸਟੋਪ ਕਰ ਸਕਦੇ ਹਾਂ। ਤਾਂ ਪਹਿਲਾਂ ਦੇਖੋ ਨੀਚੇ ਵਾਲਾ ਛੋਟੇ ਵਾਲੀ ਵੈਲਿਊ ਦੇਖਣੀ ਹੁੰਦੀ, ਛੋਟੀ। ਹੁਣ ਦੇਖੋ 2 ਤੱਕ ਵੀ ਕਰ ਸਕਦੇ ਹਾਂ ਬਟ ਉਹ ਕੁਐਸਚਨ ਲੈਂਥੀ ਹੋ ਜਾਏਗਾ। ਬਟ ਆਪਾਂ ਇਹ ਕਰਨਾ ਜਸਟ ਇਹਨੂੰ 12 × 11 × 10 ਫੈਕਟੋਰੀਅਲ। 10 ਫੈਕਟੋਰੀਅਲ ਦੇ ਉੱਪਰ ਆਪਾਂ ਇਹਨੂੰ ਸਟੋਪ ਕਰ ਦਿੱਤਾ ਤਾਂ ਮੇਰੇ ਕੋਲ ਦੇਖੋ ਕੀ ਬਣ ਗਿਆ 10 ਫੈਕਟੋਰੀਅਲ। ਤਾਂ 2 ਫੈਕਟੋਰੀਅਲ ਨੂੰ ਕਿੱਦਾਂ ਲਿਖਾਂਗੇ 2 × 1। ਤਾਂ ਦੇਖੋ ਦੋਨੋਂ ਕੈਂਸਲ ਹੋ ਗਏ 10 ਫੈਕਟੋਰੀਅਲ 10 ਫੈਕਟੋਰੀਅਲ। ਐਂਡ 2 ਨੂੰ ਕੱਟ ਕਰ ਦਿੱਤਾ ਆਪਾਂ ਇੱਧਰ, ਇਹ ਬਣ ਗਿਆ ਜੀ 6 12 ਦੇ ਨਾਲ। ਤਾਂ ਉੱਪਰ ਮੇਰੇ ਕੋਲ 6 × 11 ਬਚ ਗਿਆ ਤਾਂ ਵਿਚ ਇਜ਼ ਇਕੁਅਲ ਟੂ 66। ਤਾਂ ਇਹ ਮੇਰਾ ਕੀ ਆ ਆਨਸਰ ਹੈ ਜੀ। ਓਕੇ ਜੀ, ਤਾਂ ਨੈਕਸਟ ਚੱਲਦੇ ਹਾਂ ਜੀ ਫਟਾਫਟ ਨੈਕਸਟ ਕੁਐਸਚਨ 'ਤੇ। ਤਾਂ ਦੇਖਦੇ ਹਾਂ ਉਹਦੇ 'ਚ ਕੀ ਪੁੱਛਿਆ ਗਿਆ। ਓਕੇ ਜੀ, ਤਾਂ ਆਪਣੇ ਕੋਲ ਇਹਦੀ ਜਸਟ ਕੀ ਆ ਵੈਲਿਊਜ਼ ਹੀ ਪੁੱਛੀਆਂ ਗਈਆਂ ਮੇਰੇ ਕੋਲ। ਤਾਂ ਦੇਖੋ ਕੀ ਆ ਐਨ ਦੀ ਵੈਲਿਊ ਤੁਹਾਡੇ ਕੋਲ ਗਿਵਨ ਆ ਜੀ 5 ਫੈਕਟੋਰੀਅਲ, ਆਰ ਦੀ ਵੈਲਿਊ ਗਿਵਨ ਸੌਰੀ ਐਨ ਦੀ ਵੈਲਿਊ 5 ਐਂਡ ਆਰ ਦੀ ਵੈਲਿਊ 2। ਆਪਾਂ ਇਹਦੇ 'ਚ ਜਸਟ ਫਿਲ ਕਰਕੇ ਦੇਖਣਾ ਆਨਸਰ ਕਿੰਨਾ ਆ ਰਿਹਾ ਜੀ। ਤਾਂ ਆਪਾਂ ਪਹਿਲਾ ਕੁਐਸਚਨ ਕਰਦੇ ਹਾਂ ਜੀ, ਐਨ ਨੂੰ 5 ਫਿਲ ਕਰਦੇ ਹਾਂ। ਦੇਖੋ ਕੀ ਬਣ ਗਿਆ ਮੇਰੇ ਕੋਲ 5 ਫੈਕਟੋਰੀਅਲ ਅਪੋਨ ਆਰ ਦੀ ਵੈਲਿਊ 2 ਆ 2 ਫੈਕਟੋਰੀਅਲ ਐਨ ਮਾਈਨਸ ਆਰ, ਯਾਨੀ ਕਿ 5 - 2 ਫੈਕਟੋਰੀਅਲ। ਤਾਂ ਸੋਲਵ ਕਰਕੇ ਦੇਖਦੇ ਹਾਂ ਜੀ। 5 ਫੈਕਟੋਰੀਅਲ ਉਸੇ ਤਰ੍ਹਾਂ ਆ ਗਿਆ, ਪਹਿਲਾਂ ਆਪਾਂ ਸਬਟਰੈਕਟ ਕਰਕੇ ਲਿਖਦੇ ਹਾਂ ਜੀ ਡਿਨੋਮੀਨੇਟਰ ਦੇ ਵਿੱਚ 2 ਫੈਕਟੋਰੀਅਲ। ਤਾਂ 5 - 3 ਕਿੰਨਾ ਹੁੰਦਾ ਜੀ, ਸੌਰੀ 5 - 2 ਹੁੰਦਾ ਜੀ ਮੇਰੇ ਕੋਲ 3 ਫੈਕਟੋਰੀਅਲ। ਤਾਂ ਦੇਖੋ ਹੁਣ ਦੋਨਾਂ ਦੇ ਵਿੱਚੋਂ ਡਿਨੋਮੀਨੇਟਰ ਦੇ ਵਿੱਚ ਦੇਖੋ ਬੜੀ ਵੈਲਿਊ ਦੇਖਣੀ ਆ, ਉਹਨੂੰ ਆਪਾਂ ਕਰ ਦੇਣਾ ਉੱਪਰ ਵਾਲੇ ਨੂੰ ਉੱਥੋਂ ਤੱਕ ਫੈਕਟੋਰੀਅਲ ਨੂੰ ਲੈ ਜਾਣਾ। ਤਾਂ ਦੇਖੋ 5 ਨੂੰ 3 ਤੱਕ ਚੇਂਜ ਕਰਾਂਗੇ 5 × 4। ਅਗਰ ਨਹੀਂ ਵੀ ਕਰਨਾ ਤਾਂ ਤੁਸੀਂ ਸਾਰਾ ਵੀ ਲਿਖ ਸਕਦੇ ਹੋ, ਤਾਂ ਵੀ ਕੋਈ ਪ੍ਰੋਬਲਮ ਨਹੀਂ, ਠੀਕ ਹੈ ਜੀ। ਤਾਂ ਇਹਨੂੰ ਕਿਵੇਂ ਲਿਖਾਂਗੇ 5 × 4 × 3 ਫੈਕਟੋਰੀਅਲ, ਕਿਉਂਕਿ 3 ਫੈਕਟੋਰੀਅਲ ਨੀਚੇ ਵੀ ਹੈਗਾ ਤਾਂ ਉੱਪਰ ਵੀ 3 ਫੈਕਟੋਰੀਅਲ। ਇਹਨੂੰ ਲਿਖਾਂਗੇ 2 × 1। ਤਾਂ ਇਹ 3 ਫੈਕਟੋਰੀਅਲ ਐਜ਼ ਇਟ ਇਜ਼ ਹੀ ਰਹਿਣ ਦਿੱਤਾ, ਦੋਨਾਂ ਨੇ ਕੈਂਸਲੇਸ਼ਨ ਕਰ ਦਿੱਤੀ, ਇਹਨੂੰ ਕੱਢ ਦਿੱਤਾ 2। ਤਾਂ ਇਹ ਬਣ ਗਿਆ ਮੇਰੇ ਕੋਲ ਜੀ 10। ਤਾਂ ਇਹ ਮੇਰਾ ਕੀ ਆ ਆਨਸਰ ਆ। ਕਲੀਅਰ ਆ ਜੀ। ਓਕੇ ਜੀ, ਤਾਂ ਇਹਦੇ ਨਾਲ ਦਾ ਨੈਕਸਟ ਕੁਐਸਚਨ ਕਰਦੇ ਹਾਂ ਜੀ। ਓਕੇ ਜੀ, ਤਾਂ ਨੈਕਸਟ ਕੁਐਸਚਨ ਦੇ ਵਿੱਚ ਕੀ ਬੋਲਦਾ ਪਿਆ, ਆਪਾਂ ਐਕਸ ਦੀ ਵੈਲਿਊ ਫਾਈਂਡ ਕਰਨੀ ਹੈ। ਇਹਦੇ ਨਾਲ ਦਾ ਸੇਮ ਕੁਐਸਚਨ ਐਕਸਰਸਾਈਜ਼ ਦੇ ਵਿੱਚ ਆ, ਜਿਹੜਾ ਤੁਸੀਂ ਐਜ਼ ਏ ਹੋਮਵਰਕ ਕਰਨਾ। ਤਾਂ ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਤੁਸੀਂ ਦੇਖ ਲਓ। ਤਾਂ ਕੀ ਬਣਦਾ ਪਿਆ ਮੇਰੇ ਕੋਲ ਦੇਖੋ ਜੀ ਜੀ ਗੁੱਡ ਈਵਨਿੰਗ ਐਵਰੀਵਨ। ਓਕੇ ਜੀ, ਜਸਟ 1 ਮਿੰਟ। ਓਕੇ ਸਟਾਰਟ ਕਰਦੇ ਹਾਂ ਜੀ। ਕੀ ਬਣ ਰਿਹਾ ਮੇਰੇ ਕੋਲ 1/8 ਫੈਕਟੋਰੀਅਲ 1/9 ਫੈਕਟੋਰੀਅਲ ਇਜ਼ ਇਕੁਅਲ ਟੂ x/10 ਫੈਕਟੋਰੀਅਲ। ਤਾਂ ਸਟਾਰਟ ਕਰਦੇ ਹਾਂ ਜੀ। ਦੇਖੋ 1/8 ਫੈਕਟੋਰੀਅਲ ਪਲੱਸ 1/9 ਫੈਕਟੋਰੀਅਲ ਇਜ਼ ਇਕੁਅਲ ਟੂ x/10 ਫੈਕਟੋਰੀਅਲ। ਤਾਂ ਦੇਖੋ ਹੁਣ ਸਭ ਤੋਂ ਛੋਟੇ ਵਾਲੀ ਵੈਲਿਊ ਦੇਖਣੀ ਆਪਾਂ ਕਿਹੜੀ ਆ ਫੈਕਟੋਰੀਅਲ ਦੇ ਵਿੱਚ, ਹਮੇਸ਼ਾ ਇੱਦਾਂ ਕਰਨਾ। ਤਾਂ ਦੇਖੋ ਸਭ ਤੋਂ ਨੀਚੇ ਵਾਲਾ ਕਿੰਨਾ ਆ 8 ਫੈਕਟੋਰੀਅਲ ਛੋਟਾ ਆ। ਤਾਂ 9 ਫੈਕਟੋਰੀਅਲ ਨੂੰ ਵੀ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ 9 × 8 ਫੈਕਟੋਰੀਅਲ। ਤਾਂ ਲਓ ਜੀ ਇਹਨੂੰ ਵੀ ਲਿਖ ਦਿੱਤਾ 9 × 8 ਫੈਕਟੋਰੀਅਲ। ਤਾਂ ਅੱਗੇ ਐਕਸ ਐਜ਼ ਇਟ ਇਜ਼। ਤਾਂ 10 ਨੂੰ ਵੀ ਆਪਾਂ ਚੇਂਜ ਕਰ ਸਕਦੇ ਹਾਂ ਕਾਹਦੇ 'ਚ 8 ਫੈਕਟੋਰੀਅਲ ਦੇ ਵਿੱਚ। ਤਾਂ 10 ਫੈਕਟੋਰੀਅਲ ਕਿਵੇਂ ਲਿਖਾਂਗੇ 10 ਫੈਕਟੋਰੀਅਲ 10 × 9 × 8 ਫੈਕਟੋਰੀਅਲ। ਲਓ ਜੀ ਆਪਾਂ ਲਿਖ ਦਿੰਦੇ ਹਾਂ ਜੀ 10 × 9 × 8 ਫੈਕਟੋਰੀਅਲ। ਤਾਂ ਦੇਖੋ ਡਿਨੋਮੀਨੇਟਰ ਦੇ ਵਿੱਚੋਂ ਲੈਫਟ ਹੈਂਡ ਸਾਈਡ ਦੇ ਵਿੱਚੋਂ
कॉमन निकल रहा मेरे को 1/8 फैक्टोरियल। तो मेरे को जस्ट की बच गया 1 प्लस ये बन गया जी 1/9। राइट साइड से मेरे को की बन गया x/10 × 9 × 8 फैक्टोरियल। ओके जी, अगे चलते हैं। देखो हुण 8 फैक्टोरियल दोनों साइड से उपर है, डिवाइड दे तो कैंसल कर दिता। हुण राइट लैफ्ट साइड से आप एल्सीयम लैने, एल्सीयम लैके देखो की बनता 9 इधर क्रॉस कर दिता, 1 नूं इधर कर दिता, इन्हां दोनों आपस दे विच मल्टीप्लाई कर दिता। 9 + 1 तो डिनोमीनेटर दे विच 9 x/10 × 9। तो लो जी हुण डिनोमीनेटर दे विच फिर 9 सेम, तो तुसीं की कर दिओ उहनूं कैंसल कर दिओ। तो हुण की रह गया तुहाडे कोल जस्ट 10/1, तो इधर रह गया मेरे को x/10। तो दोनों नूं क्रॉस मल्टीप्लाई करके देखो की आंसर आ रहा, इनू इधर कर दिता, इनू इधर कर दिता। तो x किहदे बराबर बन गया तुहाडे कोल 10 × 10, उहदी वैल्यू कितनी बन गई जी 100। तो मैं x ही इहदा फाइंड करना सी। तो मेरा फस्ट आंसर इहदा आ चुकिया जी। तो हुण आपां इसी एक्सरसाइज में करते हैं, आप सॉल्व करते हैं। ये एक्सरसाइज में कुछ क्वेश्चनस ने, तो फटाफट उन्होंने ट्राई करते हैं, तो फिर अगली एक्सरसाइज से आप चलते हैं। तो देखो जी मेरे को 8 फैक्टोरियल की वैल्यू फाइंड करनी है। तो 8 फैक्टोरियल तुहाडे कोल किहदे बराबर होएगा 8 × 7 फैक्टोरियल। 7 फैक्टोरियल आप पहला फाइंड कर चुके हैं, ठीक है। अगर नहीं फाइंड किया तो इनू की लिख दिओ, इनू लिखांगे आप 8 × 7 × 6 × 5 × 4 × 3 × 2 × 1। तो वैसे आप सारी की वैल्यू पहले ही फाइंड कर चुके हैं जी। ये वैल्यू होंगी 5040। तो जस्ट उन्होंने 8 के नाल मल्टीप्लाई कर दो। हाँ जी, 8 के नाल मल्टीप्लाई किया कि बन गया जी 32 3, यानी कि 3 बन गया। ये बन गया जी 40, यानी कि थोड़े को आंसर कितना बन गया जी 40320 की वैल्यू है जी 8 फैक्टोरियल की। क्लीयर है जी। तो ये मेरा फस्ट सी। तो सैकेंड देखो जरा। तो सैकेंड दे विच की है मेरे को जी 4 फैक्टोरियल माइनस 3 फैक्टोरियल। हाँ जी, यदी वैल्यू कितनी होएगी तुहाडे कोल 4 फैक्टोरियल आप पहले ही सॉल्व कर चुके हैं जी। तो 4 फैक्टोरियल की वैल्यू कितनी सी तुहाडे कोल 24। क्यों 4 फैक्टोरियल मैं फिर लिख के दिखा देना जी। 4 फैक्टोरियल किहदे बराबर होंदा 4 × 3 × 2 × 1 एंड 3 फैक्टोरियल होंदा 6। तो यदा आंसर मेरे को कितना आ गया जी 18 मेरा यदा आंसर आ चुका जी। क्लीयर है जी। तो ये मेरी एवैल्यूएट करना सी फस्ट सम मेरे का एक्सरसाइज का हो चुका। तो जो भी मेरे तो पहला क्वेश्चन सॉल्व कर लेंदा तो वह की कर दो फटाफट तुसी आंसर टाइप कर दिया करो कादे लाइव चैट दे विच। ओके जी। तो फस्ट देखो इनू कहता भी ये आपस दे विच कंडीशन ट्रू है कि फॉल्स, यानी कि 3 फैक्टोरियल प्लस 4 फैक्टोरियल किहदे बराबर है अपने को 7 फैक्टोरियल के बराबर। इन्हें चैक करना। तो पहला इहदा लैफ्ट हैंड साइड सॉल्व करो, दैन राइट हैंड साइड, एंड आफ्टर दैट चैक बोथ आर इक्वल और नॉट। नाउ 3 फैक्टोरियल इज इक्वल टू, ओके पहले लेफ्ट हैंड साइड लिख लो जी। लेफ्ट हैंड साइड 3 फैक्टोरियल प्लस 4 फैक्टोरियल। तो 3 फैक्टोरियल इज इक्वल टू 3 × 2 × ओके जी। डायरैक्ट ही वैल्यू लिख देने। हम आप वार वार 3 × 2 × 4 नहीं लिखांगे। इसकी वैल्यू 6 है जी, इसकी वैल्यू 24। तो टोटल आंसर कितना बन गया जी मेरा 30। तो राइट हैंड साइड तो थोड़े को की आ राइट हैंड साइड, तो ये देखो राइट हैंड साइड से 7 फैक्टोरियल आ। तो यदी वैल्यू कितनी अपने को आप फाइंड कर चुके हैं जी 5040। तो दोनों ही मेरे को चैक कर लेना बराबर आया कि नहीं। हम देखो दोनों लैफ्ट हैंड साइड राइट हैंड साइड के बराबर नहीं आया। क्यों? जो लैफ्ट हैंड साइड आ उसकी वैल्यू कितनी है मेरे को 30, तो जो राइट हैंड साइड आ उसकी वैल्यू कितनी है जी 5040। तो बोथ आर नॉट इक्वल। तो क्वेश्चन नंबर अपना 7 कंप्लीट हो चुका है जी। 7.2 का क्वेश्चन नंबर सैकेंड। तो थर्ड से चलते हैं जी। देखो थर्ड भी बहुत ईजी है। तो देखो डिनोमीनेटर दे विच बड़ी वैल्यू किहड़ी, यानी कि 6 फैक्टोरियल बड़ा है, तो आप करांगे कोशिश करांगे 8 नूं 6 फैक्टोरियल चेंज करने की। किवें करांगे 8 × 7। तो जो तुहानूं शो हो गया 6 फैक्टोरियल, तो उहदे पिछे साइन ला दो फैक्टोरियल का। तो डिनोमीनेटर दे विच कितना 6 फैक्टोरियल × 2 फैक्टोरियल, दोनों मेरे को कैंसल हो गए जी 6 फैक्टोरियल। ओके 2 फैक्टोरियल भी चेंज करके लिख दो 2 × 1 एंड होर कुछ कटिंग हो रही है जी। देखो 1 नूं 2 नूं कट दिता 8 दे नाल, तो तुहाडे कोल जस्ट की बचा 4 × 7। तो यदी वैल्यू तुहाडे कोल कितनी बन गई जी 28। तो ये मेरा कंप्लीट हो गया जी क्वेश्चन नंबर सैकेंड।
ਤਾਂ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਹਾਂ ਜੀ। ਕੁਐਸਚਨ ਨੰਬਰ 3 ਦੇਖੋ ਜਰਾ। ਓਕੇ ਜੀ, ਕੁਐਸਚਨ ਨੰਬਰ 3 ਬਿਲਕੁਲ ਪਹਿਲੇ ਨਾਲ ਦਾ। ਤਾਂ ਦੇਖਦੇ ਹਾਂ ਇਹਦਾ ਕੌਣ ਆਨਸਰ ਕੱਢ ਕੇ ਦਿੰਦਾ। ਤਾਂ ਇਹਦਾ ਮੈਂ ਜਸਟ ਆਨਸਰ ਹੀ ਟਾਈਪ ਕਰਾਂਗਾ ਕਿਉਂਕਿ ਇਹਦੇ ਨਾਲ ਦਾ ਆਪਾਂ ਥੋੜ੍ਹੀ ਦੇਰ ਪਹਿਲਾਂ ਕੁਐਸਚਨ ਕਰ ਚੁੱਕੇ ਹਾਂ ਜੀ। ਤਾਂ ਤੁਹਾਨੂੰ ਮੈਂ 30 ਸੈਕਿੰਡਸ ਦੇ ਰਿਹਾ ਜੀ ਇਹਦੇ ਵਾਸਤੇ। ਤਾਂ 30 ਸੈਕਿੰਡਸ ਦੇ ਬਾਅਦ ਮੈਂ ਇਹਦਾ ਆਨਸਰ ਪੁੱਟ ਕਰ ਦਾਂਗਾ। ਤਾਂ ਤੁਸੀਂ ਮੈਨੂੰ ਉਹਦਾ ਆਨਸਰ ਦੱਸ ਦਿਓ ਕਿੰਨਾ ਹੋਏਗਾ ਜੀ। ਹਾਂਜੀ, ਤਾਂ ਫਟਾਫਟ ਕਰ ਦਿਓ। ਆਈ ਹੋਪ ਹੁਣ ਤੱਕ ਤੁਹਾਡੇ ਕੋਲ ਹੋ ਗਿਆ ਹੋਣਾ। ਤਾਂ ਜੇ ਕਹਿੰਦੇ ਆ ਤਾਂ ਮੈਂ ਨਾਲ ਥੋੜ੍ਹਾ ਇਹਨੂੰ ਸੋਲਵ ਵੀ ਕਰ ਦੇਣਾ। ਮੈਂ ਸੋਲਵ ਕਰ ਦੇਣਾ ਅਤੇ ਤੁਸੀਂ ਇਹਨੂੰ ਦੇਖ ਲਿਓ ਜਰਾ। ਹਾਂਜੀ, ਤਾਂ ਸਭ ਤੋਂ ਛੋਟੇ ਵਾਲਾ 6 ਫੈਕਟੋਰੀਅਲ ਆ। ਤਾਂ ਇਹਨੂੰ 6 ਫੈਕਟੋਰੀਅਲ ਦੇ ਵਿੱਚ ਸਾਰਿਆਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਬਣ ਗਿਆ ਜੀ 7 × 6 ਫੈਕਟੋਰੀਅਲ। ਤਾਂ ਰਾਈਟ ਹੈਂਡ ਸਾਈਡ 'ਤੇ ਅਗੇਨ ਚੇਂਜ ਕਰਾਂਗੇ ਜੀ ਇਹਨੂੰ 8 × 7 × 6 ਫੈਕਟੋਰੀਅਲ। ਤਾਂ ਦੋਨੋਂ ਸਾਈਡਸ 1/6 ਫੈਕਟੋਰੀਅਲ ਕਾਮਨ ਨਿਕਾਲ ਲਿੱਤਾ। ਤਾਂ ਕੀ ਰਹਿ ਗਿਆ ਤੁਹਾਡੇ ਕੋਲ 1 + 1/7। ਹਾਂਜੀ, ਰਾਈਟ ਸਾਈਡ 'ਤੇ ਰਹੇਗਾ ਜੀ x/8 × 7 × 6 ਫੈਕਟੋਰੀਅਲ। ਤਾਂ 6 ਨਾਲ 6 ਫੈਕਟੋਰੀਅਲ ਕੈਂਸਲ ਕਰ ਦਿਓ। ਲੈਫਟ ਸਾਈਡ 'ਤੇ ਐਲਸੀਅਮ ਲੈ ਲਓ। ਐਲਸੀਅਮ ਲੈਣ ਤੋਂ ਬਾਅਦ ਕੀ ਬਣੇਗਾ ਦੇਖੋ 7 + 1/7। ਇਹ ਬਣ ਗਿਆ ਜੀ x/56 ਦੋਨਾਂ ਨੂੰ ਮਲਟੀਪਲਾਈ ਕਰ ਲਓ। ਓਕੇ ਜੀ, ਉੱਪਰ ਬਣ ਗਿਆ ਤੁਹਾਡੇ ਕੋਲ 8 ਦਾ ਡਿਨੋਮੀਨੇਟਰ ਦੇ ਵਿੱਚ 7। ਤਾਂ x/56 ਤਾਂ ਜਦੋਂ ਇਹਦੀ ਕੈਂਸਲ ਕਰਿਆ ਤਾਂ ਤੁਹਾਡੇ ਕੋਲ ਜਸਟ ਬਚ ਗਿਆ 8। ਤਾਂ ਫਰਦਰ ਇਹਨੂੰ ਸੋਲਵ ਕੀਤਾ 8/1 x/8। ਤਾਂ ਕ੍ਰੋਸ ਕਰ ਦਿਓ। ਜਦੋਂ ਕ੍ਰੋਸ ਕਰਿਆ ਤਾਂ ਤੁਹਾਡੇ ਕੋਲ x ਦੀ ਵੈਲਿਊ ਕਿੰਨੀ ਬਣ ਗਈ ਜੀ 64 ਆਨਸਰ ਆ ਗਿਆ ਜੀ। ਤਾਂ ਆਈ ਹੋਪ ਤੁਹਾਡਾ ਸਾਰਿਆਂ ਦਾ ਕਰੈਕਟ ਆ ਗਿਆ ਹੁਣ। ਤਾਂ ਨੈਕਸਟ ਦੇਖੋ ਜਰਾ। ਹਾਂਜੀ, ਸੋਲਵ ਕਰਕੇ ਦੱਸਣਾ ਆਪਣੇ ਕੋਲ ਇਹਨਾਂ ਦੀ ਵੈਲਿਊ ਕਿੰਨੀ ਹੈ ਜੀ। ਐਨ ਦੀ ਵੈਲਿਊ ਤੁਹਾਡੇ 6 ਆ ਜੀ, ਆਰ ਦੀ ਵੈਲਿਊ 2 ਆ। ਤਾਂ ਫਿਲ ਕਰਕੇ ਦੇਖ ਦਿਓ ਜੀ। ਐਨ ਯਾਨੀ ਕਿ ਤੁਹਾਡੇ ਕੋਲ ਕੀ ਬਚ ਗਿਆ 6 ਫੈਕਟੋਰੀਅਲ ਓਵਰ 6 - 2 ਫੈਕਟੋਰੀਅਲ। ਆਪਾਂ ਫਾਈਂਡ ਕਰਨਾ ਜੀ 6/4 ਫੈਕਟੋਰੀਅਲ। ਤਾਂ ਦੇਖੋ ਕੀ ਬਣ ਗਿਆ 4 ਫੈਕਟੋਰੀਅਲ ਚੇਂਜ ਕਰ ਦਿਓ, ਯਾਨੀ ਕਿ 6 × 5 × 4 ਫੈਕਟੋਰੀਅਲ ਡਿਵਾਈਡ ਦੇ ਵਿੱਚ 4 ਫੈਕਟੋਰੀਅਲ ਬੋਥ ਆਰ ਕੈਂਸਲਸ। ਆਂਸਰ ਇਜ਼ ਇਕੁਅਲ ਟੂ 30। ਸਿਮਿਲਰ ਸੈਕਿੰਡ ਹੈ ਜੀ। ਫਸਟ ਹੋ ਗਿਆ ਆਪਣਾ, ਸੈਕਿੰਡ ਵੀ ਫਟਾਫਟ ਕਰ ਦਿਓ ਜੀ। 9/9 - 5 ਫੈਕਟੋਰੀਅਲ ਤਾਂ ਵਿਚ ਇਜ਼ ਇਕੁਅਲ ਟੂ 9 ਫੈਕਟੋਰੀਅਲ ਓਵਰ 4 ਫੈਕਟੋਰੀਅਲ। ਤਾਂ ਆਪਾਂ 9 ਨੂੰ 4 ਫੈਕਟੋਰੀਅਲ ਦੇ ਵਿੱਚ ਚੇਂਜ ਕਰਨਾ। 9 × 8 × 7 × 6 × 5 × 4 ਫੈਕਟੋਰੀਅਲ। ਤਾਂ ਅਪੋਨ 4 ਨਾਲ 4 ਕੈਂਸਲ ਕਰ ਗਿਆ। ਜੋ ਬਾਕੀ ਬਚਿਆ ਸਾਰਿਆਂ ਨੂੰ ਕੀ ਕਰ ਦਿਓ ਤੁਸੀਂ ਮਲਟੀਪਲਾਈ ਕਰ ਦਿਓ। ਜਦੋਂ ਤੁਸੀਂ ਮਲਟੀਪਲਾਈ ਕਰੋਗੇ ਤਾਂ ਯੂ ਹੈਵ ਗੋਟਨ 1520 1520 ਯਾਨੀ ਕਿ 15120 ਤੁਹਾਡਾ ਕੀ ਆ ਜਾਏਗਾ ਆਨਸਰ। ਓਕੇ ਜੀ, ਅੱਗੇ ਚੱਲਦੇ ਹਾਂ ਜੀ। ਆਈ ਹੋਪ ਮੈਨੂੰ ਲੱਗਦਾ ਓਕੇ ਜੀ, ਇਹ ਆਪਣੇ ਕੋਲ ਕੀ ਆ ਐਕਸਰਸਾਈਜ਼ ਕੰਪਲੀਟ ਹੋ ਚੁੱਕੀ ਆ। ਤਾਂ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਹਾਂਜੀ, ਅੱਗੇ ਮੇਰੇ ਕੋਲ ਕੀ ਆ ਆਪਾਂ ਐਕਸਰਸਾਈਜ਼ ਸਟਾਰਟ ਕਰਨ ਲੱਗੇ ਜੀ 7.3। ਤਾਂ 7.3 ਦੇ ਵਿੱਚ ਆਪਣੇ ਕੋਲ ਕੀ ਆ ਹੁਣ ਤੱਕ ਜਿਸ ਤਰ੍ਹਾਂ ਆਪਾਂ ਪੜ੍ਹਦੇ ਆਏ ਸੀ, ਜਿਸ ਤਰ੍ਹਾਂ ਰੂਲਸ ਵਾਲਾ ਸਮ ਕਰਿਆ ਸੀ, ਤਾਂ ਉਹਨਾਂ ਦੇ ਵਿੱਚ ਕੋਈ ਵੀ ਵਰਡ ਰਿਪੀਟ ਨਹੀਂ ਸੀ ਹੁੰਦਾ। ਹੁਣ ਦੇਖੋ ਕੁਝ ਵਰਡ ਅਗਰ ਰਿਪੀਟ ਹੋ ਜਾਣ, ਜਿਸ ਤਰ੍ਹਾਂ ਦੇਖੋ ਇਲਾਹਾਬਾਦ ਆ, ਇਹਦੇ ਵਿੱਚ ਇਹ ਮੇਰੇ ਕੋਲ ਕਿੰਨੇ ਟਾਈਮ ਆ 4 ਟਾਈਮਸ ਆ। ਠੀਕ ਆ ਜੀ, 4 ਟਾਈਮਸ। ਤਾਂ ਹੁਣ ਜਿੱਥੇ ਵੀ ਜਿਵੇਂ ਮੈਂ ਇਹਨੇ ਕੋਈ ਵੀ ਵਰਡ ਬਣਾਉਣਾ ਹੋਏ, ਸਪੋਜ਼ ਕਰੋ ਮੈਂ ਏ ਸਾਰਿਆਂ ਦੇ ਸਟਾਰਟਿੰਗ ਦੇ ਵਿੱਚ ਹੀ ਲਿਖ ਦੇਵਾਂ। ਬਾਕੀ ਜੋ ਮਰਜ਼ੀ ਲਾਸਟ 'ਤੇ ਹੁੰਦਾ ਰਹੇ, ਮੈਨੂੰ ਉਹਦੇ ਨਾਲ ਕੁਝ ਨਹੀਂ ਗਾ। ਸਿਰਫ ਇੱਕ ਸਮਝਣ ਵਾਸਤੇ ਦੇਖੋ। ਹੁਣ ਇਹ ਵਾਲਾ ਏ ਅਤੇ ਏ ਆਪਸ ਦੇ ਵਿੱਚ ਆਪਾਂ ਇੰਟਰਚੇਂਜ ਕਰਾਂਗੇ ਤਾਂ ਵਰਡ ਸੇਮ ਹੀ ਬਣੇਗਾ। ਐਂਡ ਕੋਈ ਵੀ ਆਪਸ ਦੇ ਦੋ ਵਿੱਚ ਏ ਆਪਾਂ ਇੰਟਰਚੇਂਜ ਕਰ ਦਾਂਗੇ ਤਾਂ ਉਹ ਮੇਰੇ ਕੋਲ ਕੀ ਬਣੇਗਾ ਵਰਡ ਸੇਮ ਬਣੇਗਾ। ਤਾਂ ਇਸ ਆਪਾਂ ਨੰਬਰ ਆਫ ਵਰਡਸ ਚੈੱਕ ਕਰਨੇ ਹੁੰਦੇ ਮੇਰੇ ਕੋਲ ਕਿੰਨੇ ਬਣਦੇ ਆ। ਤਾਂ ਹੁਣ ਕੀ ਪ੍ਰੋਬਲਮ ਆ ਗਈ ਤਾਂ ਕੁਛ ਵਰਡ ਸੇਮ ਬਣ ਜਾਣਗੇ ਜਿਵੇਂ ਆਪਾਂ ਪਹਿਲੇ ਮੈਥਡ ਦੇ ਨਾਲ ਕਰਦੇ ਰਹੇ ਹਾਂ। ਤਾਂ ਉਸ ਮੈਥਡ ਨੂੰ ਓਵਰਕਮ ਕਰਨ ਵਾਸਤੇ ਕੀ ਕਰਨਾ ਆਪਾਂ ਜਿੰਨੇ ਵੀ ਵਰਡ ਮੇਰੇ ਕੋਲ ਰਿਪੀਟ ਹੋ ਰਹੇ ਨੇ ਉਨੇ ਫੈਕਟੋਰੀਅਲ ਦੇ ਨਾਲ ਆਪਾਂ ਡਿਵਾਈਡ ਕਰ ਦੇਣਾ। ਫਾਰ ਐਗਜ਼ਾਮਪਲ ਸਭ ਤੋਂ ਪਹਿਲਾਂ ਦੇਖਣਾ ਆਪਾਂ ਨੰਬਰ ਆਫ ਲੈਟਰਸ ਕਿੰਨੇ ਨੇ, ਯਾਨੀ ਕਿ ਨੰਬਰ ਆਫ ਲੈਟਰਸ ਕਿਹਦੇ ਬਰਾਬਰ ਲਿਖਿਆ ਕਰਾਂਗੇ ਆਪਾਂ ਨੰਬਰ ਆਫ ਲੈਟਰਸ ਕਿੰਨੇ ਨੇ ਟੋਟਲ ਕਾਊਂਟ ਕਰੋ ਜੀ 3 2 5 6 7 8 9। ਤਾਂ ਤੁਹਾਡੇ ਕੋਲ ਕਿੰਨੇ ਲੈਟਰ ਨੇ ਇਹਦੇ 'ਚ ਕਾਊਂਟ ਕਰਕੇ ਦੇਖ ਲਓ 9 ਲੈਟਰ ਆ ਰਹੇ ਨੇ ਤੁਹਾਡੇ ਕੋਲ। ਠੀਕ ਹੈ ਜੀ।
ਕਿੰਨੇ ਆ ਰਹੇ ਜੀ ਤੁਹਾਡੇ ਕੋਲੇ 9। ਤਾਂ ਇਹਦੇ ਵਿੱਚ ਰਿਪੀਟਿੰਗ ਲੈਟਰ ਦੇਖੋ ਕਿੰਨੇ ਆ ਜੀ, ਰਿਪੀਟਿੰਗ ਲੈਟਰਸ, ਯਾਨੀ ਕਿ ਏ ਕਿੰਨੀ ਵਾਰ ਆ ਗਿਆ, ਇਹ ਆ ਗਿਆ ਤੁਹਾਡੇ ਕੋਲੇ 4 ਟਾਈਮਸ। ਤਾਂ ਹੋਰ ਕਿਹੜਾ ਵਰਡ ਰਿਪੀਟ ਹੋ ਰਿਹਾ ਤੁਹਾਡੇ ਕੋਲੇ, ਐਲ ਰਿਪੀਟ ਹੋ ਰਿਹਾ ਜੀ 2 ਟਾਈਮਸ। ਤਾਂ ਹੁਣ ਆਪਾਂ ਦੇਖਣੇ ਕੀ ਕਰਨਾ, ਫਾਈਂਡ ਦੀ ਨੰਬਰ ਆਫ ਪਰਮੁਟੇਸ਼ਨ। ਓਕੇ ਜੀ, ਤਾਂ ਲਿਖਾਂਗੇ ਕੀ ਆਪਾਂ, ਦੀ ਨੰਬਰ ਆਫ ਪਰਮੁਟੇਸ਼ਨ, ਨੰਬਰ ਆਫ ਪਰਮੁਟੇਸ਼ਨ ਆਫ ਵਰਡ, ਕਿਹੜਾ ਵਰਡ ਆਪਾਂ ਯੂਜ਼ ਕਰ ਰਹੇ ਹਾਂ ਜੀ, ਇਲਾਹਾਬਾਦ, ALLAHA, ਤਾਂ ਉਹਦਾ ਆਪਾਂ ਨਾਮ ਲਿਖ ਦੇਣਾ ਇਲਾਹਾਬਾਦ। ਕਲੀਅਰ ਹੈ ਜੀ। ਤਾਂ ਉੱਪਰ ਕੀ ਕਰਨੇ ਆਪਾਂ, ਟੋਟਲ ਵਰਡ ਲਿਖਣੇ ਆ। ਉੱਪਰ ਕੀ ਲਿਖਣਾ ਮੈਂ, ਟੋਟਲ ਵਰਡ ਦਾ ਫੈਕਟੋਰੀਅਲ, ਯਾਨੀ ਕਿ 9 ਫੈਕਟੋਰੀਅਲ। ਤਾਂ ਡਿਨੋਮੀਨੇਟਰ ਦੇ ਵਿੱਚ ਜੋ ਰਿਪੀਟ ਹੋ ਰਹੇ ਨੇ, ਜਿਹੜਾ ਵੀ ਲੈਟਰ ਜਿੰਨੀ ਵਾਰ ਰਿਪੀਟ ਹੋ ਰਿਹਾ ਤਾਂ ਆਪਾਂ ਉਹਨੂੰ ਉਨੇ ਟਾਈਮ ਤਾਂ ਉਹਦਾ ਫੈਕਟੋਰੀਅਲ ਲਿਖ ਦੇਣਾ, ਯਾਨੀ ਕਿ 4 ਫੈਕਟੋਰੀਅਲ ਓਵਰ 2 ਫੈਕਟੋਰੀਅਲ। ਤਾਂ ਹੁਣ ਇਹਨੂੰ ਕੀ ਕਰ ਦਿਓ, ਜਸਟ ਸੋਲਵ ਕਰ ਦਿਓ। ਸੋਲਵ ਕਰਕੇ ਦੇਖੋ 9 ਨੂੰ ਕਾਹਦੇ 'ਚ ਚੇਂਜ ਕਰਨਾ ਤੁਸੀਂ, 5 ਫੈਕਟੋਰੀਅਲ ਦੇ ਵਿੱਚ, 4 ਫੈਕਟੋਰੀਅਲ, 9 × 8 × 7 × 6 × 5 × 4 ਫੈਕਟੋਰੀਅਲ। ਤਾਂ ਦੇਖੋ ਜੀ ਨੀਚੇ ਕੀ ਹੈ ਮੇਰੇ ਕੋਲ 4 ਫੈਕਟੋਰੀਅਲ ਹੈ, ਇਹਨੂੰ ਲਿਖ ਦਿਓ 2 × 1, 4 ਨਾਲ 4 ਫੈਕਟੋਰੀਅਲ ਕੈਂਸਲ ਹੋ ਗਿਆ ਜੀ। ਠੀਕ ਹੈ ਜੀ। ਹੁਣ ਇਹਨੂੰ ਤੁਸੀਂ ਕੱਟ ਕਰ ਦਿਓ ਇਹਦੇ ਨਾਲ, 4 ਦੇ ਨਾਲ, 8 ਦੇ ਨਾਲ। ਠੀਕ ਹੈ ਜੀ, 2 ਨੂੰ 8 ਨਾਲ ਕੱਟ ਕਰ ਦਿੱਤਾ। ਤਾਂ ਜੋ ਹੁਣ ਤੁਹਾਡੇ ਕੋਲ ਬਾਕੀ ਲੈਟਰ ਬਚੇ 9 × 4 × 7 × 6 × 5, ਇਹਨਾਂ ਸਾਰਿਆਂ ਨੂੰ ਮਲਟੀਪਲਾਈ ਕਰ ਦਿਓ ਐਂਡ ਯੂ ਵਿਲ ਗੋਟ, ਹਾਂਜੀ ਮਲਟੀਪਲਾਈ ਕਰਕੇ ਦੱਸ ਦਿਓ ਫਟਾਫਟ। ਇਹਦਾ ਆਨਸਰ ਆ ਜਾਏਗਾ ਜੀ ਤੁਹਾਡੇ ਕੋਲ 7560। ਤਾਂ ਇਹ ਕੀ ਆ ਗਿਆ, ਆਪਣਾ ਆਨਸਰ ਆ ਗਿਆ। ਮਤਲਬ ਇਲਾਹਾਬਾਦ ਜੋ ਵਰਡ ਆ ਉਹਦੇ ਤੋਂ ਆਪਾਂ ਕਿੰਨੇ ਵਰਡ ਬਣਾ ਸਕਦੇ ਹਾਂ, ਡਿਫਰੈਂਟ ਵਰਡ, 7560, ਯਾਨੀ ਕਿ 7560। ਓਕੇ ਜੀ, ਇਸੇ ਨਾਲ ਦਾ ਆਪਾਂ ਅੱਗੇ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਫਿਰ। ਓਕੇ ਜੀ, ਤਾਂ ਫਟਾਫਟ ਦੇਖੋ ਜੀ ਨੈਕਸਟ ਕੁਐਸਚਨ ਦੇ ਵਿੱਚ ਕੀ ਹੈ ਮੇਰੇ ਕੋਲ, ਹਾਊ ਮੈਨੀ 4 ਡਿਜਿਟ ਨੰਬਰ ਕੈਨ ਬੀ ਫੋਰਮਡ ਯੂਜ਼ਿੰਗ 1 to 9 ਇਫ ਦੀ ਰਿਪੀਟੇਸ਼ਨ ਆਫ ਡਿਜਿਟ ਇਜ਼ ਨਾਟ ਅਲਾਊਡ। ਤਾਂ ਦੇਖੋ ਹੁਣ ਮੇਰੇ ਕੋਲ ਕਿੰਨੇ ਡਿਜਿਟ ਨੇ, 1 ਤੋਂ ਲੈ ਕੇ 9 ਤੱਕ, 1 2 3 ਸਾਰੇ ਆਪਾਂ ਲਿਖ ਲੈਂਦੇ ਜੀ, 4 5 6 7 8 9। ਤਾਂ ਕਿੰਨੇ ਡਿਜਿਟ ਦਾ ਆਪਾਂ ਲੈਟਰ ਬਣਾਉਣਾ, 4 ਡਿਜਿਟ ਦਾ, ਯਾਨੀ ਕਿ ਪਲੇਸਿਸ ਕਿੰਨੀਆਂ ਨੇ, 1 2 3 ਐਂਡ 4। ਯੂਜ਼ ਕਿਹੜੇ ਕਰਨੇ ਆ, ਇਹਨਾਂ ਨੂੰ ਯੂਜ਼ ਕਰਨਾ। ਓਕੇ ਜੀ, ਤਾਂ ਇਧਰ ਲੈਫਟ ਹੈਂਡ ਸਾਈਡ 'ਤੇ ਕੀ ਲਿਖਾਂਗੇ, ਰਿਪੀਟੇਸ਼ਨ ਅਲਾਉਡ ਨਹੀਂ ਗੀ, ਨੰਬਰ ਆਫ 4 ਡਿਜਿਟ, ਹਾਂਜੀ 4 ਡਿਜਿਟ ਕੀ ਆਪਾਂ ਕਰਨੇ ਆ, 4 ਡਿਜਿਟ ਨੰਬਰਸ। ਓਕੇ, ਪਹਿਲੀ ਪਲੇਸ ਵਾਸਤੇ ਤੁਹਾਡੇ ਕੋਲ ਕਿੰਨੀਆਂ ਚੋਇਸਿਸ ਨੇ ਫਿਰ, 9, ਸੈਕਿੰਡ ਵਾਸਤੇ 8, ਥਰਡ ਵਾਸਤੇ ਤੁਹਾਡੇ ਕੋਲ ਕਿੰਨੀਆਂ ਰਹੇਗੀਆਂ, 7 ਐਂਡ ਲਾਸਟ ਵਾਸਤੇ ਕਿੰਨੀਆਂ ਰਹੇਗੀਆਂ, 6 ਰਹੇਗਾ ਤੁਹਾਡੇ ਕੋਲ। ਤਾਂ ਜਦੋਂ ਤੁਸੀਂ ਸਾਰਿਆਂ ਨੂੰ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਕਿੰਨਾ ਆ ਜਾਣਾ ਜੀ, 3024। ਬਿਲਕੁਲ ਸਿੰਪਲ ਜਿਹਾ ਕੁਐਸਚਨ ਸੀ, ਜਿਸ ਤਰ੍ਹਾਂ ਆਪਾਂ ਪਿਛਲੀ ਐਕਸਰਸਾਈਜ਼ ਦੇ ਵਿੱਚ ਕਰਿਆ ਸੀਗਾ। ਤਾਂ ਨੈਕਸਟ ਐਗਜ਼ਾਮਪਲ ਦੇਖਦੇ ਹਾਂ ਜੀ ਆਪਾਂ, ਐਗਜ਼ਾਮਪਲ ਨੰਬਰ 11। 11 ਕੀ ਕਹਿ ਰਿਹਾ ਮੇਰੇ ਕੋਲ, ਦੇਖੋ ਜਰਾ ਪੜ੍ਹ ਕੇ, ਕਹਿੰਦਾ ਹਾਊ ਮੈਨੀ ਨੰਬਰਸ ਲਾਈਂਗ ਬਿਟਵੀਨ 100 ਐਂਡ 1000 ਕੈਨ ਬੀ ਫੋਰਮਡ ਯੂਜ਼ਿੰਗ ਦੀਜ਼ ਡਿਜਿਟ। ਕਿਹੜੇ ਕਿਹੜੇ ਡਿਜਿਟ ਨੇ ਮੇਰੇ ਕੋਲ ਦੇਖੋ, 1 2 3 4 5। ਇਫ ਦੀ ਰਿਪੀਟੇਸ਼ਨ ਆਫ ਡਿਜਿਟ ਇਜ਼ ਨਾਟ ਅਲਾਉਡ, ਆਪਾਂ ਡਿਜਿਟ ਦੀ ਰਿਪੀਟੇਸ਼ਨ ਨੂੰ ਅਲਾਉਡ ਨਹੀਂ ਕਰਦੇ। ਕਲੀਅਰ ਹੈ ਜੀ। ਤਾਂ ਪਹਿਲਾਂ ਆਪਾਂ ਕੀ ਕਰਾਂਗੇ, 2 ਡਿਜਿਟ ਦੇ ਆਪਾਂ ਨੰਬਰ ਬਣਾ ਲਾਂਗੇ। ਠੀਕ ਹੈ ਜੀ, ਫਿਰ ਆਪਾਂ ਕੀ ਬਣਾ ਲਾਂਗੇ, 3 ਡਿਜਿਟ ਦੇ ਆਪਾਂ ਬਣਾ ਲਾਂਗੇ। ਠੀਕ ਹੈ ਜੀ। ਤਾਂ ਦੇਖੋ ਜਰਾ, ਓਕੇ ਸਟਾਰਟ ਕਰਦੇ ਹਾਂ। ਦੇਖੋ ਅਗਰ ਮੈਂ ਬੋਲਾਂ 029 ਤਾਂ ਇਹ ਕਿੰਨੇ ਡਿਜਿਟ ਦਾ ਨੰਬਰ ਬਣਦਾ, ਤਾਂ ਇਹ ਓਨਲੀ 2 ਡਿਜਿਟ ਦਾ ਨੰਬਰ ਕਾਊਂਟ ਕਰਦੇ ਹਾਂ ਆਪਾਂ ਇਹਨੂੰ, ਕਿਉਂਕਿ 0 ਇਹਦੇ ਅੱਗੇ ਆ ਗਈ। ਤਾਂ ਇਸੇ ਤਰ੍ਹਾਂ ਅਗਰ ਮੈਂ ਲਿਖਦਾ 012, ਇਹ ਵੀ ਕਿੰਨੇ ਡਿਜਿਟ ਦਾ ਮੇਰੇ ਕੋਲ, 2 ਡਿਜਿਟ ਦਾ। ਕਲੀਅਰ ਹੈ ਜੀ। ਤਾਂ ਆਪਾਂ ਕੀ ਕਰਾਂਗੇ, ਦੇਖੋ ਹੁਣ ਉਹਨਾਂ ਨੇ ਕੀ ਕਿਹਾ, ਬਿਟਵੀਨ 100 ਐਂਡ 1000, ਯਾਨੀ ਕਿ 1000 ਦੇ ਵਿਚਾਲੇ ਕਿੰਨੇ ਕਿੰਨੇ ਨੰਬਰ ਬਣਦੇ। ਦੇਖੋ ਆਪਾਂ ਪਹਿਲਾਂ ਟੋਟਲ 3 ਡਿਜਿਟ ਦੇ ਨੰਬਰ ਬਣਾ ਦਈਏ, ਟੋਟਲ ਦੇ ਟੋਟਲ। ਠੀਕ ਹੈ ਜੀ।
ਤਾਂ ਫਿਰ ਉਹਦੇ 'ਚੋਂ ਆਪਾਂ 2 ਡਿਜਿਟ ਵਾਲੇ ਨੰਬਰ ਆਪਾਂ ਮਾਈਨਸ ਕਰ ਦਾਂਗੇ, ਜੋ ਯਾਨੀ ਕਿ 0 ਤੋਂ ਲੈ ਕੇ 99 ਤੱਕ ਬਣਨਗੇ। ਠੀਕ ਆ, ਅਗਰ 0 ਤਾਂ ਆਪਾਂ ਸਿੱਧੇ ਕਾਊਂਟ ਕਰਨੇ ਹੁੰਦੇ ਤਾਂ ਆਪਾਂ ਕਰ ਸਕਦੇ ਸੀ, ਬਟ ਇਹਦੇ 'ਚ ਪ੍ਰੋਬਲਮ ਕਿ ਆਪਾਂ ਡਿਜਿਟ ਸਾਰੇ ਯੂਜ਼ ਨਹੀਂ ਕਰਨੇ। ਡਿਜਿਟ ਆਪਾਂ ਕਿਹੜੇ ਯੂਜ਼ ਕਰਨੇ, ਓਨਲੀ ਦੀਜ਼ ਡਿਜਿਟਸ। ਠੀਕ ਹੈ ਜੀ, ਤਾਂ ਲਓ ਆਪਾਂ ਪਹਿਲਾਂ ਸਟਾਰਟ ਕਰਦੇ ਹਾਂ। ਤਾਂ ਪਹਿਲਾਂ ਕੀ ਕਰਦੇ ਹਾਂ, ਆਪਾਂ 3 ਡਿਜਿਟ ਵਾਲੇ ਆਪਾਂ ਨੰਬਰ ਬਣਾ ਲੈਂਦੇ ਹਾਂ। ਓਕੇ ਜੀ, ਤਾਂ ਦੇਖੋ ਨੰਬਰ ਆਫ 3 ਡਿਜਿਟ ਨੰਬਰ। ਤਾਂ ਦੇਖੋ 3 ਡਿਜਿਟ ਵਾਸਤੇ ਕਿੰਨੀਆਂ ਪਲੇਸਿਸ ਨੇ, 1 2 3। ਤਾਂ ਯੂਜ਼ ਕਿਹਨੂੰ ਕਰਨਾ ਉਹ ਵੀ ਧਿਆਨ ਨਾਲ ਦੇਖੋ, 0 1 2 3 4 5। ਤਾਂ ਦੇਖੋ 0 ਫਸਟ ਪਲੇਸ ਦੇ ਉੱਪਰ ਆਪਾਂ ਨਹੀਂ ਯੂਜ਼ ਕਰ ਸਕਦੇ, ਕਿਉਂਕਿ ਅਗਰ 0 ਫਸਟ ਪਲੇਸ ਦੇ ਉੱਪਰ ਆ ਗਿਆ, ਜਿਵੇਂ ਇੱਥੇ 2 5 ਵੀ ਆ ਗਿਆ, ਤਾਂ ਇਹ 2 ਡਿਜਿਟ ਦਾ ਕਾਊਂਟ ਹੋਏਗਾ ਜੀ। ਠੀਕ ਹੈ ਜੀ, ਆਪਾਂ 3 ਡਿਜਿਟ ਦੇ ਬਣਾ ਰਹੇ ਹਾਂ, ਤਾਂ ਯਾਨੀ ਕਿ 0 ਨਾਟ ਯੂਜ਼ਡ ਐਟ ਫਸਟ ਪਲੇਸ। ਤਾਂ ਦੈਨ ਦੀ ਨੰਬਰ ਆਫ ਚੋਇਸਿਸ ਰਿਮੇਨਸ, ਕਿੰਨੀਆਂ ਮੇਰੇ ਕੋਲ ਨੰਬਰ ਆਫ ਚੋਇਸਿਸ ਬਾਕੀ ਬਚੀਆਂ ਨੇ, 5। ਠੀਕ ਹੈ ਜੀ, ਤਾਂ 5 ਪਲੇਸਿਸ ਤੇ ਮੇਰੇ ਕੋਲ ਕੀ ਆ, ਖਾਲੀ ਬਚੀਆਂ ਹੋਈਆਂ ਨੇ। ਤਾਂ ਹੁਣ ਅੱਗੇ ਚੱਲਦੇ ਹਾਂ ਜੀ। ਠੀਕ ਹੈ ਜੀ, ਆਪਾਂ ਫਸਟ ਪਲੇਸ ਦੇ ਉੱਪਰ ਕੀ ਕਰ ਦਿੱਤਾ, ਜਸਟ ਕੀ ਕਰ ਦਿੱਤਾ, ਆਪਾਂ ਰਿਸਟ੍ਰਿਕਟ ਕਰ ਦਿੱਤਾ ਫਸਟ ਪਲੇਸ ਦੇ ਉੱਪਰ ਕੀ ਆ ਜਾਏਗਾ, ਮੇਰੇ ਕੋਲ 0 ਨਹੀਂ ਆਏਗਾ। ਤਾਂ ਦੇਖੋ ਹੁਣ 0 ਵਿਚਾਲੇ ਆ ਸਕਦਾ, ਯਾਨੀ ਕਿ ਮੈਂ 101 102 ਤਾਂ ਲਿਖ ਸਕਦਾ, ਤਾਂ 0 ਮਸਟ ਬੀ ਇਨਸਾਈਡ। ਤਾਂ ਉਹਦੇ ਵਾਸਤੇ ਦੇਖੋ ਹੁਣ 0 ਇਹਦੇ 'ਚ ਆਪਾਂ 5 ਡਿਜਿਟ ਸੀ, ਆਪਾਂ 1 ਯੂਜ਼ ਕਰ ਲਿਆ, ਸਪੋਜ਼ ਕਰੋ ਮੈਂ 3 ਯੂਜ਼ ਕਰ ਲਿਆ, ਬਾਕੀ ਕਿੰਨੇ ਰਹਿ ਗਏ 4 ਐਂਡ 0 ਹੁਣ ਇਨਕਲੂਡ ਕਰ ਦੇਣੀ ਆ। ਤਾਂ ਹੁਣ ਚੋਇਸਿਸ ਕਿੰਨੀਆਂ ਨੇ ਮੇਰੇ ਕੋਲ, 5 ਐਂਡ ਲਾਸਟ 'ਤੇ ਮੇਰੇ ਕੋਲ ਕਿੰਨੀਆਂ ਬਚੀਆਂ ਨੇ, ਓਨਲੀ ਇੱਕ ਹੋਰ ਯੂਜ਼ ਕਰ ਚੁੱਕਿਆ ਇਹਨਾਂ ਸਾਰਿਆਂ ਦੇ ਵਿੱਚੋਂ, ਤਾਂ ਜਸਟ ਮੇਰੇ ਕੋਲ ਕਿੰਨਾ ਹੋ ਗਿਆ 4। ਤਾਂ ਦੇਖੋ ਟੋਟਲ ਆਨਸਰ ਕਿੰਨਾ ਬਣ ਗਿਆ ਜੀ, 25 × 4, ਤਾਂ 100 ਮੇਰੇ ਕੋਲ ਆਨਸਰ ਆ ਰਿਹਾ ਜੀ। ਤਾਂ ਹੁਣ ਦੇਖੋ ਇਹਦੇ 'ਚ 2 ਡਿਜਿਟ ਵਾਲੇ ਆਪਾਂ ਬਣਵਾਏ ਹੀ ਨਹੀਂ, ਤਾਂ ਅਸਲ ਦੇ ਵਿੱਚ ਕਈ ਜੋ ਆਪਣੀ ਬੁੱਕਸ ਦੇ ਵਿੱਚ ਕੀਤਾ ਹੋਇਆ, ਉਹਦੇ 'ਚ ਕੀ ਕੀਤਾ ਹੋਇਆ, ਪਹਿਲਾਂ ਟੋਟਲ ਬਣਾ ਲਿੱਤੇ ਹੈ ਜੀ, ਟੋਟਲ ਦੇ ਵਿੱਚੋਂ 2 ਡਿਜਿਟ ਵਾਲੇ ਮਾਈਨਸ ਕਰ ਦਿੱਤੇ। ਤਾਂ ਆਪਾਂ 2 ਡਿਜਿਟ ਵਾਲੇ ਬਣਾਏ ਹੀ ਨਹੀਂ, ਆਪਾਂ ਕਿਹੜੇ ਬਣਾ ਰਹੇ ਹਾਂ ਜੀ, ਜਸਟ ਮੈਂ 3 ਡਿਜਿਟ ਵਾਲੇ ਬਣਾ ਰਿਹਾ। 3 ਡਿਜਿਟ ਵਾਲੇ ਮੇਰੇ ਕੋਲ ਕਿਹੜੇ ਆ ਜੀ, ਹੁਣ ਦੇਖੋ ਫਸਟ ਵਾਲੇ ਦੇ ਉੱਪਰ 0 ਤਾਂ ਆਈ ਨਹੀਂ, ਤਾਂ 0 ਤੋਂ ਅੱਗੇ ਸਟਾਰਟ ਕੀਤਾ, ਯਾਨੀ ਕਿ 1 ਤੋਂ ਸਟਾਰਟ ਕੀਤਾ, ਤਾਂ ਉਹ ਸਾਰੇ 999 ਤੱਕ ਆਪਾਂ ਬਣਾਉਣੇ, ਕਿਉਂਕਿ ਆਪਾਂ 1000 ਤਾਂ ਲੈਣਾ ਨਹੀਂ ਸੀ, ਉਹਦੇ ਪਿੱਛੇ ਤੱਕ। ਹੁਣ ਸਿਰਫ ਯੂਜ਼ ਕਿਹੜੇ ਕਰਨੇ ਸੀ, ਇਹ ਮਾਈਂਡ ਦੇ ਵਿੱਚ ਰੱਖਣਾ, 0 1 2 3 4 5। ਅਗਰ ਸਾਰੇ ਕਿਆ ਹੁੰਦਾ ਤਾਂ ਫਿਰ ਮੈਂ ਉਸ ਹਿਸਾਬ ਦੇ ਨਾਲ ਇਹਦੀਆਂ ਚੋਇਸਿਸ ਲੈਣੀਆਂ ਸੀਗੀਆਂ। ਓਕੇ ਜੀ, ਤਾਂ ਇਹ ਕੁਐਸਚਨ ਬੜਾ ਦੇਖੋ ਆਪਾਂ ਈਜ਼ੀਲੀ ਮੈਥਡ ਦੇ ਨਾਲ ਇਹਨੂੰ ਕਰ ਲਿਆ। ਓਕੇ ਜੀ, ਤਾਂ ਨੈਕਸਟ ਕਰਦੇ ਹਾਂ ਜੀ। ਨੈਕਸਟ ਆ ਜੀ ਜਸਟ ਇਕੁਐਲਿਟੀ, ਆਪਾਂ ਦੋਨਾਂ ਨੂੰ ਸੋਲਵ ਕਰਨਾ। ਦੇਖੋ ਮੇਰੇ ਕੋਲ ਕੀ ਬਣ ਗਿਆ, ਉੱਪਰ n ਫੈਕਟੋਰੀਅਲ ਡਿਵਾਈਡਡ ਬਾਈ n ਮਾਈਨਸ 5 ਫੈਕਟੋਰੀਅਲ ਇਜ਼ ਇਕੁਅਲ ਟੂ 42 ਇੰਟੂ n ਫੈਕਟੋਰੀਅਲ। ਤਾਂ ਡਿਵਾਈਡ ਦੇ ਵਿੱਚ ਮੇਰੇ ਕੋਲ ਕਿੰਨਾ ਬਣ ਗਿਆ ਜੀ, n ਮਾਈਨਸ 3 ਫੈਕਟੋਰੀਅਲ। ਤਾਂ ਦੇਖੋ ਹੁਣ ਦੋਨਾਂ ਦੇ ਵਿੱਚੋਂ ਕਿਹਨੂੰ ਆਪਾਂ ਚੇਂਜ ਕਰ ਸਕਦੇ ਹਾਂ, ਕਿਹੜਾ ਇਹਨਾਂ ਦੇ ਵਿੱਚੋਂ ਬੜੀ ਵੈਲਿਊ ਕਿਹੜੀ ਆ ਜੀ, ਇਹ ਮੇਰੇ ਕੋਲ ਕੀ ਆ, ਬੜੀ ਵੈਲਿਊ ਆ। ਠੀਕ ਹੈ, ਮੇਰੇ ਕੋਲ ਕੀ ਆ, ਬੜੀ ਵੈਲਿਊ। ਤਾਂ ਬੜੀ ਵੈਲਿਊ ਨੂੰ ਆਪਾਂ ਛੋਟੀ ਵੈਲਿਊ ਦੇ ਵਿੱਚ ਆਪਾਂ ਚੇਂਜ ਕਰ ਸਕਦੇ ਹਾਂ। ਕਿਸ ਤਰ੍ਹਾਂ, ਉਹਦੇ 'ਚੋਂ ਜਿਸ ਤਰ੍ਹਾਂ ਆਪਾਂ 5 ਫੈਕਟੋਰੀਅਲ ਨੂੰ ਚੇਂਜ ਕਰ ਸਕਦੇ ਹਾਂ 5 × 4 ਫੈਕਟੋਰੀਅਲ ਦੇ ਵਿੱਚ, ਤਾਂ ਉਸੇ ਤਰ੍ਹਾਂ ਕੀ ਕਰ ਸਕਦੇ ਹਾਂ ਆਪਾਂ, n ਮਾਈਨਸ 3 ਨੂੰ ਆਪਾਂ ਕਾਹਦੇ 'ਚ ਚੇਂਜ ਕਰ ਸਕਦੇ ਹਾਂ, n ਮਾਈਨਸ 5 ਫੈਕਟੋਰੀਅਲ ਦੇ ਵਿੱਚ। ਤਾਂ ਆਪਾਂ ਦੇਖੋ ਕਰਕੇ ਦੇਖਦੇ ਹਾਂ। ਲਓ ਜੀ, ਤਾਂ ਪਹਿਲਾਂ n ਫੈਕਟੋਰੀਅਲ ਦੇ ਨਾਲ n ਫੈਕਟੋਰੀਅਲ ਕੈਂਸਲ ਕਰ ਦਿਓ, ਤਾਂ ਉੱਪਰ ਮੇਰੇ ਕੋਲ ਕੀ ਬਚ ਗਿਆ, 1 ਫੈਕਟੋਰੀਅਲ ਕੈਂਸਲ ਹੋਣ ਤੋਂ ਬਾਅਦ, ਤਾਂ ਇਹਨੂੰ ਜਸਟ ਰਹਿਣ ਦਿਓ n ਮਾਈਨਸ 5 ਫੈਕਟੋਰੀਅਲ। ਤਾਂ ਉੱਪਰ ਕੀ ਬਚ ਗਿਆ ਜੀ, 42। ਤਾਂ ਇਹਨੂੰ ਲਿਖੋ ਜੀ n ਮਾਈਨਸ 3 ਐਜ਼ ਇਟ ਇਜ਼, ਫਿਰ ਇਹਦੇ 'ਚੋਂ ਇੱਕ ਸਬਟਰੈਕਟ ਕਰਤਾ n ਮਾਈਨਸ 4, ਦੈਨ 1 ਮੋਰ ਸਬਟਰੈਕਟ, ਤਾਂ n ਮਾਈਨਸ 5 ਫੈਕਟੋਰੀਅਲ ਦਿਖ ਗਿਆ। ਅਤੇ ਜਿੱਥੇ ਦਿਖ ਗਿਆ ਆਪਾਂ ਸਟੋਪੇਜ ਕਿਹਦੇ ਨਾਲ ਲਗਾ ਦੇਣਾ, ਫੈਕਟੋਰੀਅਲ ਦੇ ਨਾਲ। ਤਾਂ ਦੇਖੋ ਦੋਨਾਂ ਸਾਈਡਸ 'ਤੇ ਮੈਂ n ਮਾਈਨਸ 5 ਫੈਕਟੋਰੀਅਲ ਕੈਂਸਲ ਕਰ ਦਿੰਦਾ। ਤਾਂ ਹੁਣ ਇਹਨਾਂ ਨੂੰ ਲਿਖੋ ਕੀ ਬਣ ਗਿਆ, 1/1 ਰਾਈਟ ਸਾਈਡ 'ਤੇ 42 n ਮਾਈਨਸ 3 n ਮਾਈਨਸ 4। ਤਾਂ ਬਿਲਕੁਲ ਅੱਗੇ ਜੀ ਕ੍ਰੋਸ ਕਰ ਦਿਓ, ਕ੍ਰੋਸ ਕਰਕੇ ਦੇਖੋ ਕੀ ਬਣਦਾ, n ਮਾਈਨਸ 3 ਅਤੇ n ਮਾਈਨਸ 4, ਤਾਂ ਇਜ਼ ਇਕੁਅਲ ਟੂ ਰਾਈਟ ਸਾਈਡ 'ਤੇ ਕੀ ਬਣ ਗਿਆ, 42। ਓਕੇ ਜੀ, ਤਾਂ ਹੁਣ ਇਹਨੂੰ ਸੋਲਵ ਕਰ ਦਈਏ। ਸੋਲਵ ਕਰਕੇ ਜਸਟ ਮਲਟੀਪਲਾਈ ਕਰ ਦਿਓ, ਇੱਕ ਬਣ ਗਿਆ ਤੁਹਾਡੇ ਕੋਲ n² ਮਾਈਨਸ 4n ਮਾਈਨਸ 3n ਐਂਡ ਇਹਨਾਂ ਦੋਨੋਂ ਮਲਟੀਪਲਾਈ ਹੋਏ ਤਾਂ ਪਲੱਸ 12 ਇਜ਼ ਇਕੁਅਲ ਟੂ 42। 42 ਨੂੰ ਵੀ ਰਾਈਟ ਸਾਈਡ 'ਤੇ ਲੈ ਆਓ, ਤਾਂ ਦੇਖੋ ਕੀ ਬਣ ਗਿਆ ਤੁਹਾਡੇ ਕੋਲ n² ਮਾਈਨਸ 7n। ਤਾਂ
ਇਹਨੂੰ ਇੱਧਰ ਲੈ ਕੇ ਆਂਦਾ ਤਾਂ ਤੁਹਾਡੇ ਕੋਲ ਬਣ ਗਿਆ +12 -42 = 0। ਤਾਂ ਹੁਣ ਅੱਗੇ ਸੋਲਵ ਕਰਨ ਤੋਂ ਬਾਅਦ ਕੀ ਬਣ ਗਿਆ n² 7n, ਇਹ ਤਾਂ ਇਹਨਾਂ ਦੋ 'ਚੋਂ ਸਬਟਰੈਕਟ ਕੀਤਾ ਤਾਂ -30 = 0। ਤਾਂ ਹੁਣ ਇਹਨਾਂ ਦੇ ਫੈਕਟਰ ਬਣਾਉਣੇ ਆ। ਤਾਂ ਫੈਕਟਰ ਬਣਾਉਣ ਦੇ ਵਾਸਤੇ ਕੀ ਚਾਹੀਦਾ ਮੈਨੂੰ, ਇੱਦਾਂ ਦੇ ਦੋ ਨੰਬਰ ਫਾਈਂਡ ਕਰਨੇ ਆ ਜਿਨ੍ਹਾਂ ਨੂੰ ਮਲਟੀਪਲਾਈ ਕਰਿਆ -30 ਆ ਜਾਵੇ ਤਾਂ ਐਡ ਕਰਿਆ ਕਿੰਨਾ ਆ ਜੇ -7। ਤਾਂ ਹੁਣ ਦੇਖੋ ਇੱਦਾਂ ਦੇ ਕਿਹੜੇ ਦੋ ਨੰਬਰ ਆ, ਤਾਂ ਉਹ ਹੋਣਗੇ ਇੱਕ ਮੇਰੇ ਕੋਲ 10 ਐਂਡ ਇੱਕ 3। ਦੇਖੋ 10 ਤੇ 3 ਨੂੰ ਮਲਟੀਪਲਾਈ ਕਰਿਆ ਕਿੰਨਾ ਬਣ ਗਿਆ 30। ਤਾਂ ਇਹਨਾਂ ਤੋਂ ਇਹ ਤਾਂ ਪਤਾ ਲੱਗ ਗਿਆ ਮੇਰੇ ਕੋਲ ਇੱਕ ਮਾਈਨਸ ਦਾ ਹੋਏਗਾ। ਤਾਂ ਮਾਈਨਸ ਵਾਲਾ ਕਿਹੜਾ ਹੋਏਗਾ, ਇਹ ਮਾਈਨਸ 'ਚ ਆ ਰਿਹਾ ਤਾਂ ਬੜੇ ਦੇ ਨਾਲ ਮਾਈਨਸ ਲਗਾ ਦਿਓ। ਤਾਂ ਤੁਸੀਂ ਕੀ ਕਰੋ, ਇਹਦੇ ਫੈਕਟਰ ਬਣ ਗਏ n² -10n + 3n -30 = 0। ਤਾਂ ਇਹਦੇ ਤੋਂ ਫੈਕਟਰ ਬਣਾ ਕੇ ਫਟਾਫਟ ਲਿਖ ਦਿਓ ਜੀ। n ਕਾਮਨ ਨਿਕਾਲ ਲਿੱਤਾ n -10, ਤਾਂ ਲਾਸਟ ਵਾਲੀਆਂ ਟਰਮ ਦੇ ਵਿੱਚੋਂ 3 ਕਾਮਨ ਨਿਕਾਲ ਲਿੱਤਾ, ਕੀ ਬਚ ਗਿਆ n -10 = 0। ਤਾਂ ਇਹ ਫੈਕਟਰ ਬਣ ਗਏ ਜੀ ਮੇਰੇ ਕੋਲ n + 3 n -10 = 0। ਤਾਂ n ਦੀਆਂ ਦੋ ਵੈਲਿਊ ਆਉਂਗਾ ਜੀ, n + 3 = 0 ਔਰ ਤੁਹਾਡੇ ਕੋਲ ਕੀ ਆ ਗਿਆ n -10 = 0। n ਦੀ ਵੈਲਿਊ ਆ ਗਈ ਤੁਹਾਡੇ ਕੋਲ -3 ਐਂਡ ਸੈਕੰਡ ਵੈਲਿਊ ਆ ਗਈ ਤੁਹਾਡੇ ਕੋਲ n ਦੀ 10। ਤਾਂ ਇਹ ਤਾਂ ਆਪਾਂ ਲੈ ਨਹੀਂ ਸਕਦੇ, ਕਿਉਂ, ਕਿਉਂਕਿ n ਦੀ ਵੈਲਿਊ > 4 ਗਿਵਨ ਆ। ਇਹਨੂੰ ਰਿਜੈਕਟ ਕਰ ਦਿਓ, ਰਿਜੈਕਟਡ। ਤਾਂ ਤੁਹਾਡੇ ਕੋਲ ਆਨਸਰ ਕਿੰਨਾ ਆ ਗਿਆ ਜੀ n = 10। ਤਾਂ ਇਹਨੂੰ ਨੋਟ ਕਰ ਲਓ। ਤਾਂ ਨੈਕਸਟ ਦੇਖਦੇ ਹਾਂ ਜੀ ਆਪਾਂ ਇਸੇ ਦਾ ਹੀ ਕੁਐਸਚਨ। ਓਕੇ ਜੀ, ਇਹਨੂੰ ਸੋਲਵ ਕਰਨਾ ਜੀ ਆਪਾਂ। ਦੇਖੋ ਕੀ ਬਣਦਾ, ਬਿਲਕੁਲ ਪਿਛਲੇ ਵਾਲਾ ਹੀ ਕੁਐਸਚਨ ਆ। ਤਾਂ ਦੇਖੋ ਕੀ ਬਣਦਾ, ਇਹ ਬਣ ਗਿਆ ਜੀ ਮੇਰੇ ਕੋਲ n ਫੈਕਟੋਰੀਅਲ ਓਵਰ n -4 ਫੈਕਟੋਰੀਅਲ। ਉੱਪਰ ਵਾਲੇ ਨੂੰ ਆਪਾਂ ਲਿਖ ਦਿੱਤਾ। ਫਿਰ ਅਪੋਨ ਦੇ ਵਿੱਚ ਕੀ ਬਣ ਜਾਣਾ n -1 ਫੈਕਟੋਰੀਅਲ, ਕਿਉਂਕਿ ਇਹਦਾ ਹੈ ਕਿੰਨਾ, n ਦੀ ਜਗ੍ਹਾ ਰਿਪਲੇਸ ਕਿਹੜਾ ਹੋਇਆ ਹੈ n -1। ਤਾਂ ਡਿਨੋਮੀਨੇਟਰ ਦੇ ਵਿੱਚ ਕੀ ਬਣ ਜਾਣਾ n -1 -4 ਫੈਕਟੋਰੀਅਲ, ਕਿਹਦੇ ਬਰਾਬਰ ਹੈ ਜੀ 5/3 ਦੇ। ਤਾਂ ਹੁਣ ਦੇਖੋ ਜੀ ਸੋਲਵ ਕਰਕੇ ਕੀ ਬਣਦਾ ਮੇਰੇ ਕੋਲ। ਹਾਂਜੀ, n ਫੈਕਟੋਰੀਅਲ ਅਪੋਨ ਕੌਣ ਹੈ ਜੀ n -4 ਫੈਕਟੋਰੀਅਲ। ਤਾਂ ਸਭ ਤੋਂ ਨੀਚੇ ਵਾਲੀ ਵੈਲਿਊ ਉੱਪਰ ਚਲੇ ਜਾਏਗੀ, ਉਹ ਬਣ ਜਾਏਗਾ ਤੁਹਾਡੇ ਕੋਲ n -5 ਫੈਕਟੋਰੀਅਲ। ਤਾਂ ਇਹ ਜੋ ਇਹਦੇ ਨੀਚੇ ਆ, ਇਹ ਨੀਚੇ ਆ ਜਾਏਗਾ ਜੀ n -1 ਫੈਕਟੋਰੀਅਲ। ਤਾਂ ਹੁਣ ਜੋ ਬੜੀ ਵੈਲਿਊ ਉਹਨੂੰ ਛੋਟੀ ਵੈਲਿਊ ਦੇ ਵਿੱਚ ਕਨਵਰਟ ਕਰਕੇ ਕੀ ਕਰਦੇ ਹੋ ਆਪਾਂ ਉਹਨੂੰ ਡਿਲੀਟ ਕਰ ਦੇਣਾ, ਯਾਨੀ ਕਿ ਉਹਨੂੰ ਕੱਟ ਕਰ ਦੇਣਾ। n ਨੂੰ ਚੇਂਜ ਕਰਾਂਗੇ ਆਪਾਂ n -1 ਦੇ ਵਿੱਚ, ਅਤੇ n -4 ਨੂੰ ਚੇਂਜ ਕਰਾਂਗੇ n -5 ਦੇ ਵਿੱਚ। ਤਾਂ ਦੇਖੋ n ਨੂੰ ਕੀ ਲਿਖ ਸਕਦਾ n × n -1 ਦਾ ਫੈਕਟੋਰੀਅਲ ਅਪੋਨ ਨੀਚੇ ਵਾਲੀ ਵੈਲਿਊ ਨੂੰ ਕੀ ਲਿਖਾਂਗੇ ਆਪਾਂ n -4 × n -5 ਦਾ ਫੈਕਟੋਰੀਅਲ, ਕਿਉਂਕਿ ਆਪਾਂ ਉਹਨੂੰ ਕੀ ਕਰ ਦਿੱਤਾ ਨੀਚੇ ਵਾਲੀ ਵੈਲਿਊ ਦੇ ਵਿੱਚ ਕਨਵਰਟ ਕਰ ਦਿੱਤਾ। ਜਿੱਦਾਂ ਆਪਾਂ 5 ਨੂੰ ਲਿਖ ਸਕਦੇ ਹਾਂ 5 ਫੈਕਟੋਰੀਅਲ ਨੂੰ 5 × 4 ਫੈਕਟੋਰੀਅਲ ਵਿੱਚ, ਸੇਮ ਆਪਾਂ ਇਹਨੂੰ ਚੇਂਜ ਕਰ ਦਿੱਤਾ। ਤਾਂ n -5 ਫੈਕਟੋਰੀਅਲ ਤਾਂ n -1 ਫੈਕਟੋਰੀਅਲ, ਲਓ ਜੀ 5/3। ਤਾਂ n -1 ਫੈਕਟੋਰੀਅਲ ਕੈਂਸਲ ਹੋ ਗਿਆ, n -5 ਫੈਕਟੋਰੀਅਲ ਕੈਂਸਲ ਹੋ ਗਿਆ। ਤਾਂ ਹਾਂਜੀ ਦੱਸ ਦਿਓ ਫਟਾਫਟ ਕੀ ਆਨਸਰ ਆ ਰਿਹਾ ਹੁਣ ਮੇਰੇ ਕੋਲ ਸੋਲਵ ਕਰਕੇ ਇਹਨੂੰ। ਇਹ ਬਣ ਗਿਆ ਜੀ ਤੁਹਾਡੇ ਕੋਲ, ਦੇਖੋ n ਓਵਰ n -4 = 5/3। ਤਾਂ ਦੋਨਾਂ ਦੀ ਕ੍ਰੋਸ ਕਰ ਦਿਓ। ਕ੍ਰੋਸ ਕਰਨ ਤੋਂ ਬਾਅਦ ਦੇਖੋ ਤੁਹਾਡੇ ਕੋਲ ਕੀ ਆਨਸਰ ਆ ਰਿਹਾ ਜੀ। ਹਾਂਜੀ, ਕ੍ਰੋਸ ਕਰਨ ਤੋਂ ਬਾਅਦ ਇਹ ਬਣ ਗਿਆ ਜੀ ਮੇਰੇ ਕੋਲ 3n। ਤਾਂ ਰਾਈਟ ਸਾਈਡ 'ਤੇ ਮੇਰੇ ਕੋਲ ਕਿੰਨਾ ਬਣ ਗਿਆ ਜੀ 5 × n -4। ਤਾਂ ਸੋਲਵ ਕਰਨ ਤੋਂ ਬਾਅਦ ਦੇਖੋ ਕੀ ਬਣ ਗਿਆ ਜੀ 3n 5n -20। ਤਾਂ ਇਹਨੂੰ ਇੱਧਰ ਲੈ ਆਓ ਜੀ, ਇਹ ਬਣ ਗਿਆ ਜੀ ਤੁਹਾਡੇ ਕੋਲ 3n -5n = -20। ਤਾਂ ਜਦੋਂ ਇਹਨਾਂ ਦੋਨੋਂ ਸੋਲਵ ਕਰਿਆ ਤਾਂ ਤੁਹਾਡੇ ਕੋਲ ਮਾਈਨਸ ਦਾ 2n ਬਚ ਗਿਆ ਜੀ, ਰਾਈਟ ਸਾਈਡ 'ਤੇ -20। ਤਾਂ n ਕਿੰਨਾ ਬਣ ਗਿਆ ਜੀ -20 ਓਵਰ -2 ਕੈਂਸਲ ਕਰਕੇ ਜੀ ਮੇਰੇ ਕੋਲ 10 ਆ ਗਿਆ ਜੀ। ਤਾਂ n ਦੀ ਵੈਲਿਊ ਮੇਰੇ ਕੋਲ ਕਿੰਨੀ ਆ 10। ਕਲੀਅਰ ਹੈ ਜੀ। ਓਕੇ ਜੀ, ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਓਕੇ ਜੀ, ਬਿਲਕੁਲ ਇਸੇ ਤਰ੍ਹਾਂ ਦਾ ਹੀ ਕੁਐਸਚਨ ਹੈ। ਇਹ ਮੈਂ ਐਜ਼ ਏ ਹੋਮਵਰਕ ਤੁਹਾਨੂੰ ਦੇ ਰਿਹਾ ਜੀ, ਐਜ਼ ਏ ਹੋਮਵਰਕ। ਤਾਂ ਬਿਲਕੁਲ ਸੇਮ ਪੈਟਰਨ ਦੇ ਉੱਪਰ ਆਪਾਂ ਸਮ ਕਰਨਾ ਜਿਹੜਾ ਹੁਣੇ ਲਾਸਟ ਕਰਕੇ ਹਟੇ ਹਾਂ ਜੀ। ਤਾਂ ਇਹਨੂੰ ਮੈਂ ਸਕਿਪ ਕਰ ਰਿਹਾ ਜੀ। ਓਕੇ ਜੀ, ਵੈਰੀ ਇੰਪੋਰਟੈਂਟ ਕੁਐਸਚਨ, ਐਗਜ਼ਾਮ ਦੇ ਵਿੱਚ ਕਾਫੀ ਵਾਰ ਇਹ ਆ ਚੁੱਕਿਆ ਹੈ। ਤਾਂ ਕੁਐਸਚਨ ਦੇਖੋ ਕੀ ਕਹਿ ਰਿਹਾ ਮੇਰੇ ਕੋਲ, ਕੀ ਆ ਫਾਈਂਡ ਦੀ ਨੰਬਰ ਆਫ ਡਿਫਰੈਂਟ 8 ਲੈਟਰ ਅਰੇਂਜਮੈਂਟ so that can be made from the letter the word daughter।
ठीक है जी। डॉटर वर्ड तो बनाना आ, तो पहला की है मेरे को वॉवल्स इकट्ठे आउण, तो सैकेंड मेरे को की है वॉवल इकट्ठे ना आउण। तो पहला आप फस्ट वाला सम करते हैं। तो हुण ध्यान नाल देखो जी, हुण अपने को इदां दा कोई मैथड नहीं है जिहदे मैं ये कह दा भी वॉवल इकट्ठे आउण। तो मैं की करांगा, ठीक है जी, सॉरी, तो ये दो मैथड आपां करांगे। एक मेरे को इदां दा कोई मैथड नहीं है भी जिहदे मैं कह दा भी वॉवल्स इकट्ठे ना आउण। तो पहलां आपां कर लांगे टोटल वर्ड फाइंड करदे एक ना, देखते हैं किन्ने वर्ड बनते हैं जी। पहला तो हाँ जी, डॉटर देखो DAUGHTER डॉटर। तो ये कोई रिपीटिंग वर्ड है थोड़े को? तो अपने को देखो कोई भी वर्ड रिपीट नहीं हो रहा। तो फिर टोटल वर्ड फाइंड करने बड़े सौखे है जी। टोटल, हाँ जी, टोटल नंबर ऑफ टोटल वर्ड्स। तो देखो किन्ने बन जाएंगे, देखो प्लेसिस किनिया ने 8, 4 5 6 7 8। तो कि बन गया जी, देखो 8 × 7 × 6 × 5 × 4 × 3 × 2 × 1। तो इन्हों आप लिख सकते हैं जस्ट 8 फैक्टोरियल जो किसी ने लिखना होगा। तो ठीक है जी, ओके जी। तो हुण वॉवल वाला देखो, ये देखो वॉवल किहड़े-किहड़े ने तुहाडे कोल जस्ट डॉटर्स दे विच। तो एक तुहाडे कोल देखो कि वॉवल मैं इकट्ठा कर रहा ए, ओके जी। अगे की है तुहाडे कोल यू ते ई। तो ये तुहाडे कोल की आ, तीन तुहाडे कोल किहड़े आ वॉवल्स, किहड़े-किहड़े तुहाडे कोल AUE। तो इन्हों मैं एक बॉक्स के विच पा दिता। तो बाकी जो वर्ड्स ने मैं लिख देना ये अगे। तो देखो D, बाकी किहड़े रह गए जी, AU आ चुकिया जी, GHTE आ चुकिया जी, R। तो देखो हुण ये जो भी आ इन्हों मैं एक बॉक्स के विच पा दिता, इन्हों मैं रैड कर देना। लो जी, मेरे को एक रैड कलर का बॉक्स आ, एक मिनट जी, सारा ही रब हो गया अपने को। ओके जी, लो जी, आप रैड कलर के बॉक्स के पा दिता। देखो हुण वर्ड किद्दां काउंट करने, इनू एक वर्ड काउंट करना, सिंगल वर्ड हमेशा ही जो इस तरह का क्वेश्चन आ जाए। देखो हुण मैं वर्ड किद्दां काउंट करांगा, 1 2 3 4 5 एंड 6, ठीक है। बट हुण जो ये बॉक्स जाएगा, बॉक्स तक इकट्ठा जाएगा, बॉक्स के विच की हो सकता है आपस दे विच चेंज हो सकता, जिस तरह यू अगे आ गया, ए पिछे ई। यानी कि ये आपस दे विच भी इन्हां दा आपस दे विच हिल जुल सकते हैं, ठीक है जी। तो हुण देखो आप स्टार्ट करते हैं किस तरह। देखो नंबर ऑफ वर्ड्स इन विच वॉवल्स आर टुगेदर, इन विच वॉवल्स आर टुगेदर। लो जी, देखो किन्ने प्लेसिस ने तुहाडे कोल 6। तो इनू की लिखोगे तुसीं 1 2 3 4 5 6। लो जी, 6 × 5 × 4 × 3 × 2 × 1। क्यों? क्योंकि देखिए पहली प्लेसिस वास्ते किन्नियां चॉइसिस ने 6, सैकेंड वास्ते 5 एंड फिर उस तो अगे चलता जा रहा। बट जो ये अंदर जो 3 वर्ड्स ने ये आपस दे विच भी तो शफल हो रहे हैं। तो अंदर किन्नियां प्लेसिस सी 1 2 3। तो ये किन्नियां चॉइसिस दे नाल ये शफल हो सकते। देखो पहली प्लेस वास्ते 3, सैकेंड वास्ते 2, ये वास्ते 1। क्लीयर है जी। तो हुण जो तुसीं इन्हूं सारे सॉल्व करोगे तो देखो तुहाडे कोल कितना आंसर आ रहा जी। ओके जी। तो इन्हूं अगर सिंपली चैक करना हो तो इन्हूं की लिख सकते हैं आप, पहले वाले नूं आप इहदी वैल्यू कढ़ चुके हैं जी। 6 फैक्टोरियल हुंदा जी मेरे को 720, 720 माइनस इहदी वैल्यू कितनी है जी मेरे को 6, 720 - 6। हाँ जी, दस दो जी। सॉरी माइनस साइन है जी, ये मल्टीप्लाई सीगा, ये तो वैसे ही अपने को लिखा हुआ सी × 6। ओके जी। तो जो इन्होंने इंटू कराया माइनस पता नहीं कितों आ गया, माइनस तो है ही नहीं सीगा, 4 3 2 0। ठीक है जी। ए 3 फैक्टोरियल कादे वास्ते आ, इन 3 वर्ड्स वास्ते। ए 6 किहदे वास्ते आ जी, ये इन्हां वास्ते, सारे वास्ते। ओके जी। तो ये मेरे को वर्ड जिहदे च टुगेदर आ गया। क्लीयर है जी। तो हुण सैकेंड देखो, सैकेंड दे विच की कह रहा तुहाडे कोले, तो जिहदे च वॉवल इकट्ठे ना आउण। तो आपां की करांगे, हुण टोटल फाइंड कर चुके हैं जी। तो हुण सैकेंड का आंसर देखो जी, सैकेंड का आपां उपर ही कर देना, इनू लिखांगे आपां नंबर ऑफ टोटल वर्ड्स
ਟੋਟਲ ਫਾਈਂਡ ਕਰ ਚੁੱਕੇ ਹਾਂ ਜੀ ਆਪਾਂ। ਟੋਟਲ ਵਰਡਸ ਉਹਦੇ ਚੋਂ ਮਾਈਨਸ ਕਰ ਦਾਂਗੇ ਨੰਬਰ ਆਫ ਵਰਡਸ in which vowel are together, in which vowel are together। ਤਾਂ ਦੋਨਾਂ ਦੀ ਵੈਲਿਊ ਆਪਾਂ ਕੱਢ ਚੁੱਕੇ ਹਾਂ ਜੀ 8 ਫੈਕਟੋਰੀਅਲ। ਤਾਂ ਇਹਦੀ ਵੈਲਿਊ ਆਪਾਂ ਫਾਈਂਡ ਕਰ ਚੁੱਕੇ ਹਾਂ ਜੀ, ਥੋੜੀ ਦੇਰ ਪਹਿਲਾਂ ਕਰ ਚੁੱਕੇ ਸੀ ਆਪਾਂ। ਇਹਦੀ ਵੈਲਿਊ ਆਈ ਸੀ ਜੀ 4320। ਤਾਂ ਹੁਣ 8 ਫੈਕਟੋਰੀਅਲ ਦੀ ਵੈਲਿਊ ਕਿੰਨੀ ਆਉਂਦੀ ਆ ਉਹ ਤੁਸੀਂ ਦੇਖ ਲਿਓ। ਤਾਂ ਇਹਦੇ ਵਿੱਚੋਂ ਸਬਟਰੈਕਟ ਕਰ ਦਿਓ। ਤਾਂ ਜਦੋਂ ਤੁਸੀਂ ਸਬਟਰੈਕਟ ਕਰੋਗੇ ਤਾਂ ਤੁਹਾਡੇ ਕੋਲ ਆਂਸਰ ਆ ਜਾਏਗਾ ਜੀ 36,000। ਠੀਕ ਹੈ ਜੀ। 8 ਫੈਕਟੋਰੀਅਲ ਦੀ ਵੈਲਿਊ ਤੁਸੀਂ ਜਸਟ ਕੀ ਕਰ ਦਿਓ 8 ਨੂੰ 5040 ਨਾਲ ਮਲਟੀਪਲਾਈ ਕਰ ਦਿਓ, ਤਾਂ ਜਿਹੜਾ ਤੁਹਾਡੇ ਕੋਲ ਆਂਸਰ ਆ ਜਾਏਗਾ। ਓਕੇ ਜੀ। ਤਾਂ ਅੱਗੇ ਚੱਲਦੇ ਹਾਂ ਜੀ ਨੈਕਸਟ ਕੁਐਸਚਨ। ਓਕੇ ਜੀ। ਇਨ ਦਾ ਹਾਊ ਮੈਨੀ ਵੀਜ਼ 4 ਰੈਡ 3 yellow 2 green dices are be arranged in a row, the same color are distinguishable। ਮਤਲਬ ਕੀ ਆ ਇਹ ਸਾਰੇ ਅਲੱਗ-ਅਲੱਗ ਹੋਣ। ਤਾਂ ਚਲੋ ਜੀ ਆਪਾਂ ਕਰਦੇ ਹਾਂ। ਪਹਿਲਾਂ ਦੇਖੋ ਟੋਟਲ ਮੇਰੇ ਕੋਲ ਕਿੰਨੇ ਆ ਜੀ, ਟੋਟਲ ਯਾਨੀ ਕਿ n ਕਿੰਨਾ ਹੈ ਮੇਰੇ ਕੋਲ 4 + 3 + 2, ਤਾਂ ਮੇਰੇ ਕੋਲ ਬਣ ਗਿਆ ਜੀ 9। ਤਾਂ ਇਹ ਰਿਪੀਟ ਹੋ ਰਹੇ ਆ ਜੀ ਸਾਰੇ। ਲਓ ਜੀ। ਤਾਂ ਫਿਰ ਆਪਾਂ ਕੀ ਕਰਾਂਗੇ, ਆਨਸਰ ਕੀ ਆ ਜਾਣਾ ਮੇਰੇ ਕੋਲ, ਨੰਬਰ ਆਫ ਅਰੇਂਜਮੈਂਟਸ ਕਿੰਨੇ ਆਉਣਗੇ ਜੀ, ਨੰਬਰ ਆਫ ਅਰੇਂਜਮੈਂਟਸ। ਤਾਂ ਉਹ ਤੁਹਾਡੇ ਕੋਲ ਦੇਖੋ ਕਿੰਨੇ ਬਣ ਗਏ ਜੀ 9 ਫੈਕਟੋਰੀਅਲ। ਸਾਰੇ ਰਿਪੀਟਿੰਗ ਵਾਲੇ ਤੁਹਾਨੂੰ ਕਿਹਾ ਸੀ ਡਿਵਾਈਡ ਕਰ ਦਿਆ ਕਰੋ, ਯਾਨੀ ਕਿ 4 ਫੈਕਟੋਰੀਅਲ 3 ਫੈਕਟੋਰੀਅਲ ਅਤੇ 2 ਫੈਕਟੋਰੀਅਲ। ਤਾਂ ਜੇ ਜਦੋਂ ਇਹਨੂੰ ਕੱਟ ਕਰੋਗੇ ਤਾਂ ਤੁਹਾਡੇ ਕੋਲ ਕਿੰਨਾ ਬਣ ਜਾਣਾ, ਇਹਨੂੰ ਚੇਂਜ ਕਰ ਦਿਓ ਜੀ 9 × 8 × 7 × 6 × 5 × 4 ਫੈਕਟੋਰੀਅਲ। ਤਾਂ ਡਿਵਾਈਡ ਮੇਰੇ ਕੋਲ ਕਾਹਦੇ ਨਾਲ ਹੋ ਜਾਣਾ ਜੀ 4 ਫੈਕਟੋਰੀਅਲ। ਤਾਂ 3 ਫੈਕਟੋਰੀਅਲ ਨੂੰ ਕਿੱਦਾਂ ਲਿਖ ਦਿਓ ਜੀ 3 × 2 × 1। ਤਾਂ 2 ਫੈਕਟੋਰੀਅਲ ਨੂੰ × 2। ਤਾਂ ਦੇਖੋ 4 ਨਾਲ 4 ਫੈਕਟੋਰੀਅਲ ਕੈਂਸਲ ਹੋ ਗਿਆ, 3 × 2 × 6 6 ਨਾਲ ਕੈਂਸਲ ਕਰ ਦਿਓ, 2 ਨੂੰ 8 ਨਾਲ ਕੱਟ ਕਰਕੇ 4 ਆ ਗਿਆ। ਤਾਂ ਤੁਹਾਡੇ ਕੋਲ ਕੀ ਜਸਟ ਬਚ ਗਿਆ ਜੀ 9 × 4 × 7 × 5। ਤਾਂ ਜਦੋਂ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਕੀ ਆ ਜਾਏਗਾ 1260 1260। ਕਲੀਅਰ ਹੈ ਜੀ। ਤਾਂ ਨੈਕਸਟ ਐਗਜ਼ਾਮਪਲ ਕਰਦੇ ਹਾਂ ਜੀ ਆਪਾਂ ਇਹਦੀ। ਤਾਂ ਵੀਡੀਓ ਨੂੰ ਅਗਰ ਕੁਐਸਚਨ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ, ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਮੈਂ ਮਿਹਨਤ ਕਰ ਰਿਹਾ ਤੁਹਾਡੇ ਵਾਸਤੇ ਕਰ ਰਿਹਾ। ਤਾਂ ਅਗਰ ਤੁਸੀਂ ਮੇਰੀ ਮਿਹਨਤ ਨੂੰ ਐਪਰੀਸ਼ੀਏਟ ਕਰੋਗੇ ਤਾਂ ਮੈਨੂੰ ਵੀ ਥੋੜ੍ਹਾ ਜਿਹਾ ਹੌਸਲਾ ਹੋਏਗਾ, ਤਾਂ ਕਿ ਤੁਹਾਡੇ ਵਾਸਤੇ ਹੋਰ ਵਧੀਆ ਵੀਡੀਓ ਲੈ ਕੇ ਆਵਾਂ। ਤਾਂ ਆਪਣੇ ਜਿੰਨੇ ਵੀ ਮੈਕਸੀਮਮ ਫਰੈਂਡਸ ਤੱਕ ਆਪਣੀ ਵੀਡੀਓ ਨੂੰ ਪਹੁੰਚਦੀ ਕਰੋ ਅਤੇ ਹਰ ਇੱਕ ਬੰਦੇ ਤੋਂ ਆਪਣਾ ਚੈਨਲ ਸਬਸਕ੍ਰਾਈਬ ਕਰੋ। ਓਕੇ ਜੀ। ਤਾਂ ਨੈਕਸਟ ਕੁਐਸਚਨ ਹੈ ਜੀ ਐਗਜ਼ਾਮਪਲ ਨੰਬਰ 16 NCERT ਦੇ ਵਿੱਚ। ਹਾਂਜੀ ਵਰਡ ਮੇਰੇ ਕੋਲ ਹੈ ਜੀ ਇੰਡੀਪੈਂਡੈਂਸ। ਲਓ ਜੀ ਇੰਡੀਪੈਂਡੈਂਸ। ਤਾਂ ਪਹਿਲਾਂ ਦੇਖੋ ਪਹਿਲਾਂ ਦੇਖੋ ਦੀ ਵਰਡ ਸਟਾਰਟ ਵਿਦ P। ਤਾਂ ਉਹ ਆਪਾਂ ਬਾਅਦ 'ਚ ਕਰਦੇ ਹਾਂ, ਪਹਿਲਾਂ ਆਪਾਂ ਇਹਦੇ ਟੋਟਲ ਵਰਡਸ ਦੇਖਦੇ ਹਾਂ ਕਿੰਨੇ ਬਣਦੇ ਆ, ਫਿਰ ਆਪਾਂ ਇੱਕ ਇੱਕ ਕਰਕੇ ਇਹਦਾ ਪਾਰਟ ਨਾ ਕਰਾਂਗੇ। ਤਾਂ ਦੇਖੋ n ਦੀ ਵੈਲਿਊ ਕਿੰਨੀ ਹੈ, ਮਤਲਬ ਟੋਟਲ ਨੰਬਰ ਇਹ 'ਚ ਲੈਟਰ ਕਿੰਨੇ ਨੇ। ਤਾਂ ਟੋਟਲ ਲੈਟਰ ਦੇਖੋ ਤੁਹਾਡੇ ਕੋਲ 12 ਆ ਜੀ। ਜੋ ਰਿਪੀਟ ਹੋ ਰਿਹਾ ਉਹ ਆਪਾਂ ਲਿਖ ਦਿੰਦੇ ਹਾਂ ਜੀ। ਦੇਖੋ n ਕਿੰਨੀ ਵਾਰ ਆ ਰਿਹਾ ਆਪਣੇ ਕੋਲ ਕੈਪੀਟਲ N। ਤਾਂ ਕੈਪੀਟਲ N ਮੇਰੇ ਕੋਲ 3 ਟਾਈਮਸ ਆ ਰਿਹਾ। ਹੋਰ ਕੌਣ ਰਿਪੀਟ ਹੋ ਰਿਹਾ ਜੀ ਇਹਦੇ ਵਿੱਚ, ਦੇਖੋ ਤੁਸੀਂ D ਰਿਪੀਟ ਹੋ ਰਿਹਾ ਜੀ। ਤਾਂ D ਦੇਖੋ ਕਿੰਨੀ ਵਾਰ ਆ ਰਿਹਾ ਮੇਰੇ ਕੋਲ 2 ਟਾਈਮਸ ਆ ਰਿਹਾ। ਹੋਰ ਮੇਰੇ ਕੋਲ E ਰਿਪੀਟ ਹੋ ਰਿਹਾ। ਤਾਂ E ਮੇਰੇ ਕੋਲ ਕਿੰਨੀ ਵਾਰ ਆ ਰਿਹਾ ਜੀ 4 ਟਾਈਮਸ ਆ ਰਿਹਾ। ਤਾਂ ਜਿੰਨੀ ਵਾਰ ਕੋਈ ਆ ਰਿਹਾ ਰਿਪੀਟ, ਸਿੰਗਲ ਵਾਲਾ ਨਹੀਂ ਲਿਖਣਾ, ਅਗਰ ਕੋਈ ਮੇਰੇ ਕੋਲ ਇੱਕ ਤੋਂ ਜ਼ਿਆਦਾ ਵਾਰ ਰਿਪੀਟ ਹੋ ਰਿਹਾ। ਓਕੇ ਜੀ। ਤਾਂ ਪਹਿਲਾਂ ਫਸਟ ਆਫ ਆਲ ਟੋਟਲ ਨੰਬਰ ਆਫ ਵਰਡਸ, ਟੋਟਲ ਨੰਬਰ ਆਫ ਵਰਡਸ ਕਿੰਨੇ ਹੋਣਗੇ ਜੀ। ਉੱਪਰ ਟੋਟਲ ਯਾਨੀ ਕਿ 12 ਫੈਕਟੋਰੀਅਲ, ਡਿਵਾਈਡ ਦੇ ਵਿੱਚ ਜੋ ਰਿਪੀਟਿੰਗ ਹੋਣਗੇ 4 ਫੈਕਟੋਰੀਅਲ × ਹਾਂਜੀ 2 ਫੈਕਟੋਰੀਅਲ × 3 ਫੈਕਟੋਰੀਅਲ। ਤਾਂ ਇਹਨੂੰ ਸੋਲਵ ਕਰਕੇ ਲਿਖ ਦਿਓ। ਦੇਖੋ ਕਿੰਨਾ ਆ ਰਿਹਾ ਤੁਹਾਡੇ ਕੋਲ। ਤਾਂ ਇਹਦੀ ਕਟਿੰਗ ਵਗੈਰਾ ਕਰ ਕੇ ਤੁਹਾਡੇ ਕੋਲ ਇਹਦਾ ਟੋਟਲ ਆਨਸਰ ਆ ਜਾਏਗਾ ਜੀ 1663200। ਠੀਕ ਹੈ, ਕਾਫੀ ਵੱਡੀ ਕੈਲਕੂਲੇਸ਼ਨ ਹੋ ਜਾਏਗੀ। ਤਾਂ ਜਦੋਂ ਤੁਸੀਂ ਫ੍ਰੀ ਹੋਏ ਤਾਂ ਇਹਨੂੰ ਕੈਲਕੂਲੇਟ ਕਰ ਲਓ। 12 ਨੂੰ 4 ਫੈਕਟੋਰੀਅਲ ਚੇਂਜ ਕਰਕੇ ਬਾਕੀ ਦੀ ਕਟਿੰਗ ਕਰ ਦਿਓ। ਓਕੇ ਜੀ। ਤਾਂ ਹੁਣ ਦੇਖੋ ਇਹਦਾ ਫਸਟ, ਤਾਂ ਇਹਨੂੰ ਨੋਟ ਕਰਕੇ ਰੱਖ ਲਓ ਜਰਾ, ਇਹਨੂੰ ਕਰ ਲਓ ਨੋਟ। ਤਾਂ ਹੁਣ ਇਹਦਾ ਆਪਾਂ ਫਸਟ ਕਰਦੇ ਹਾਂ ਕੁਐਸਚਨ। ਦੇਖੋ ਫਸਟ ਕੀ ਆ, ਲਓ ਜੀ ਫਸਟ ਕੀ ਹੈ ਮੇਰੇ ਕੋਲ
डू दी वर्ड स्टार्ट विद, जी एक सेकंड जरा जी, हाँ जी, डू दी वर्ड स्टार्ट विद पी, फर्स्ट का आंसर देखो जी, डू दी वर्ड स्टार्ट विद पी, यानी कि फर्स्ट प्लेस थोड़े को इत्थे इन्हें फिक्स कर दी है, तो बाकी प्लेसिस अलग तो। तो देखो जी टोटल वर्ड थोड़े को किन्ने आ, ये 12, वो जो एक लैटर उठाया पी मैं इत्थे लिख दिता, ठीक है जी, पी मैं इत्थे लिख दिता। तो पी लिखण का मेरे को किन्ने वेज ने, तो सिर्फ एको ही पी आ, तो मैं एक पी ही लिया के लिख सकता, वो वास्ते मैं 1 वे है मेरे को। तो बाकी जो बचे तो उन्होंने सॉल्व कर देना, मतलब 11 फैक्टोरियल रिपीटिंग वाले अगेन सेम मैथड, 4 फैक्टोरियल ओवर 3 फैक्टोरियल ओवर 2 फैक्टोरियल। तो ये सारे की कटिंग करके देखो थोड़े को की आंसर आएगा। इनू फिर चेंज कर लो, थोड़े को 11 इंटू 10 इंटू 9 इंटू 8 इंटू 7 इंटू 6 इंटू 5 इंटू 4 फैक्टोरियल अपॉन दे कितना जी थोड़े को देखो 4 फैक्टोरियल 3 इंटू 2 इंटू 1 एंड लास्ट वाला थोड़े को कितना जी 2। ये 6 ना 6 कैंसल कर दो, 4 ना 4 कर दो कैंसल, इनू कर दो 4 के कैंसल। तो जो सारे की मल्टीप्लाई करोगे तो यू विल गॉट 138,600। तो ये मेरा किया गया आंसर आ गया, जस्ट मल्टीप्लाई रह गया, तो मल्टीप्लाई तुम अपने आप कर सकते हो। तो हुण देखो क्वेश्चन अगला कहता कि है मेरे को वॉवल्स टुगैदर अकर करना। तो बिल्कुल ये आप पिछे डॉटर वाला वर्ड करिया सी, बस वो की सीगा जो लैटर से रिपीटिंग नहीं सी, ये रिपीटिंग आ, तो आप करते हैं। लो जी, तो वावल पहले इकट्ठे कर दो। तो देखो वावल इकट्ठे करने का मतलब की है, देखो थोड़े को टोटल किहड़े वावल्स ने ये, तो ये 2 वावल्स आ रहे हैं थोड़े को किहड़े। लो जी आप लिखते हैं पहला आई, नैक्सट वावल ई थोड़े को 4 टाइम्स विच आ रहा। तो देखो इस तो इलावा होर थोड़े को कोई वावल नहीं, तो इनू आप एक बॉक्स के विच पा दें। तो बाकी जोड़े वर्ड्स ने आप लिख दें, देखो जी एन डी पी एन डी एन सी, ठीक है जी, जो ओके जी हो गए 12, तो कोई बचा नहीं गा। तो हुण इन्हूं आपां काउंट किस तरह करना, काउंट जिवें आपां पिछली बार करिया सी। देखो ये एक वर्ड मेरे को 2 3 4 5 6 7 एंड 8, पहले आप इनू सॉल्व कर लाँगे, फिर आप ये जो इकट्ठे ने ओके जी 8 वर्ड्स ने मेरे को टोटल। इस 8 वर्ड्स के विच हुण इनू एक वर्ड काउंट करना, ये अंदर जो मर्जी हो जाए अपन नहीं, मतलब तक कितनी बार रिपीट हो रहा है। ये देखो ये थोड़े को एन आ रहा 3 टाइम्स, 1 2 3, तो 3 फैक्टोरियल ना डिवाइड कर दिता। होर कौन रिपीट हो रहा है, ये देखो डी रिपीट हो रहा, डी आ रहा 2 टाइम्स, तो इनू 2 के नाल डिवाइड कर दिता। ओके जी, तो हुण मैं जाना बॉक्स के कोल, बॉक्स थोड़े को टोटल वर्ड कितने ने 5। लो जी उन्हें लिखांगा मैं 5 फैक्टोरियल, तो वो रिपीट कितनी बार हो रहा ई 4 टाइम्स, तो मैं 4 के नाल की कर दाँगा डिवाइड कर दाँगा। क्लीयर है जी। पहला मैं की कर लिया, इन्होंने सारिਆਂ का अरेंजमेंट कर दिता, फिर जो मैं बॉक्स बनाया सी अपना वह अरेंजमेंट कर दिता। तो हुण आप जस्ट कटिंग करके देखते हैं मेरे को कितना आंसर आ रहा जी। लो 8 फैक्टोरियल किमें लिखांगे जी, आप 8 इंटू 7 इंटू 6 इंटू 5 इंटू 4 इंटू 3 फैक्टोरियल तो स्टॉप कर दें आप। तो लो जी 3 फैक्टोरियल इंटू 2 फैक्टोरियल, तो नाल मल्टीप्लाई की हो रहा 5 इंटू 4 फैक्टोरियल चेंज करके नीचे मेरे को 4 फैक्टोरियल ना 4 फैक्टोरियल कैंसल, 3 फैक्टोरियल ना 3 फैक्टोरियल कैंसल, 2 आप 2 इंटू 1 लिख के, तो ये भी मैं कैंसल कर दिता, 4 इंटू 4 ਨੂੰ कर दिता। तो देखो हम थोड़े कितना आंसर आया, जो इन्हें मल्टीप्लाई करोगे 8 इंटू 7 इंटू 6 इंटू 5 इंटू 2, एक लास्ट 5 बचा, तो ओवरऑल थोड़े आंसर आ जाएगा जी। यदा जी जस्ट 1 सेकेंड, तो इनू मल्टीप्लाई करके आ गया थोड़े को 16800। क्लीयर है जी। तो ये किहड़े सी, हाँ जी, जिहदे विच वॉवल्स इकट्ठे आ रहे, तो लैफ्ट साइड ते आपां की लिखांगे all the arrangement
in which vowels are together। ਹੁਣ ਆਪਾਂ ਕਰਨੇ ਜਿਨ੍ਹਾਂ ਦੇ ਵਿੱਚ ਵੋਵਲਸ ਟੁਗੈਦਰ ਨਾ ਹੋਣ। ਓਕੇ ਜੀ, ਕੁਐਸਚਨ ਨੰਬਰ ਹੁਣ ਦੇਖੋ ਇਹਦਾ 3rd। ਜੀ 3rd ਦੇਖਦੇ ਹਾਂ ਜੀ ਫਟਾਫਟ। 3rd ਦੇ ਵਿੱਚ ਆਪਾਂ ਕੀ ਫਾਈਂਡ ਕਰਨਾ, ਦੀ ਵਾਵਲਸ ਨੈਵਰ ਅਕਰ ਟੁਗੈਦਰ। ਦੀ ਵਾਵਲ ਨੈਵਰ ਅਕਰ ਟੁਗੈਦਰ। ਤਾਂ ਇਹਦਾ ਮੈਥਡ ਕੀ ਆ, ਪਹਿਲਾਂ ਟੋਟਲ ਮਾਈਨਸ ਵਾਵਲ ਅਕਰ ਟੁਗੈਦਰ। ਵਾਵਲ ਅਕਰ ਟੁਗੈਦਰ ਤਾਂ ਮੈਂ ਦੋਨੋਂ ਹੀ ਫਾਈਂਡ ਕਰ ਚੁੱਕਿਆ ਸੀ। ਤਾਂ ਟੋਟਲ ਵਾਲਾ ਮੈਂ ਸਟਾਰਟਿੰਗ ਦੇ ਵਿੱਚ ਫਾਈਂਡ ਕਰਿਆ ਸੀ, ਉਹਦੀ ਵੈਲਿਊ ਆਈ ਸੀ 166, ਸਟਾਰਟਿੰਗ ਦੇ ਵਿੱਚ ਲਿਖਾਇਆ ਸੀ 3200 ਮਾਈਨਸ ਇਹਦੀ ਵੈਲਿਊ ਆਪਾਂ ਹੁਣੇ ਫਾਈਂਡ ਕਰ ਚੁੱਕੇ ਹਾਂ ਜੀ। ਤਾਂ ਇਹਦੀ ਵੈਲਿਊ ਮੇਰੇ ਕੋਲ ਕਿੰਨੀ ਆਈ ਸੀ 16800। ਤਾਂ ਦੋਨਾਂ ਨੂੰ ਸਬਟਰੈਕਟ ਕਰਕੇ ਦੱਸ ਦਿਓ ਮੇਰੇ ਕੋਲ ਕਿੰਨਾ ਆਨਸਰ ਆ ਰਿਹਾ। ਤਾਂ ਜਦੋਂ ਮੈਂ ਦੋਨਾਂ ਨੂੰ ਸਬਟਰੈਕਟ ਕਰਿਆ ਆਈ ਵਿਲ ਗੋਟ 646 ਐਂਡ 400। ਠੀਕ ਹੈ ਜੀ, ਇਹ ਮੇਰਾ ਕੀ ਆ ਗਿਆ ਆਨਸਰ ਆ ਗਿਆ। ਤਾਂ ਹੁਣ ਲਾਸਟ ਮੇਰਾ ਕੁਐਸਚਨ ਅੱਜ ਦੀ ਵੀਡੀਓ ਦਾ। ਤਾਂ ਕਾਈਂਡਲੀ ਜਿੰਨੇ ਵੀ ਸਟੂਡੈਂਟਸ ਕਲਾਸ ਦੇਖ ਰਹੇ ਆ ਤਾਂ ਆਪਣੇ ਦੋਸਤਾਂ ਤੱਕ ਕਲਾਸ ਨੂੰ ਜ਼ਰੂਰ ਪਹੁੰਚਦਾ ਕਰਿਓ, ਤਾਂ ਕਿ ਜੋ ਮੈਂ ਮਿਹਨਤ ਕਰ ਰਿਹਾ ਉਹਦਾ ਸਾਰਿਆਂ ਨੂੰ ਬੈਨੀਫਿਟ ਮਿਲ ਸਕੇ। ਓਕੇ ਜੀ, ਤਾਂ ਲਾਸਟ ਵਾਲਾ, ਜੇ ਕੋਈ ਰਹਿੰਦਾ ਵੀ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਕੀ ਆ, ਵਰਡ ਆਈ ਤੋਂ ਸਟਾਰਟ ਹੋਵੇ ਅਤੇ ਪੀ 'ਤੇ ਐਂਡ ਹੋਵੇ। ਠੀਕ ਹੈ ਜੀ, ਤਾਂ ਲਿਖਣਾ ਕੀ ਆ, all the arrangement in the word ਜੋ ਹੈਗਾ ਉਹਨੂੰ ਆਪਾਂ ਲਿਖ ਲੈਣਾ ਐਜ਼ words begin with I and end with P। देखो फर्स्ट प्लेस फिक्स आ जी मेरे को, तो लास्ट प्लेस की है मेरे को फिक्सड। तो हम देखो आईज किन्नी, आई किन्नी आ, तो इतने पहली जगह तो मैं आई लिया के लिखनी है। तो आई लिखने का मेरे को एको ही तरीका, क्योंकि आई है ही एक। तो पी लिखने का भी मेरे को कितना तरीका, इतने पी लिया के लिख देना वो भी एक तरीका। तो टोटल मेरे को वर्ड सी 12। तो 2 वर्ड यूज़ कर चुके हैं जी, किहड़े आई तो पी। तो पेंडिंग किन्ने बच गए मेरे को 10। तो बाकी अरेंजमेंट की हो जाएगा 10 फैक्टोरियल ओवर रिपीटिंग किन्ने है जी 4 फैक्टोरियल 3 फैक्टोरियल तो 2 फैक्टोरियल। तो सारिਆਂ जरा सॉल्व कर दिओ। तो हुण इहदी जगह मतलब किन्ना मैं 1 × 1। ठीक है जी, हुण मैं इन्हां नूं रब कर देना, क्योंकि सिर्फ समझाउण वास्ते सीगा, क्योंकि इक्को ही चॉइस सी मेरे को आई तो पी वास्ते। तो जदों तुसीं इहनूं सारे नूं सॉल्व करोगे तो तुहाडे कोल आंसर किन्ना आ जाना जी सॉल्व कर लिओ 12600। ਇਹਦੇ ਨਾਲ ਹੀ ਆਪਾਂ ਅੱਜ ਦੀ ਕਲਾਸ ਨੂੰ ਖਤਮ ਕਰਦੇ ਹਾਂ। ਕੱਲ ਇਸੇ ਕਲਾਸ ਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ। ਤਾਂ ਕੱਲ ਇਹਦੀ ਐਕਸਰਸਾਈਜ਼ 7.3 ਕੰਪਲੀਟ ਕਰਾਂਗੇ। ਉਹਦੇ 11 ਸਮਸ ਨੇ, ਕੁਛ ਉਹਦੇ ਪਾਰਟਸ ਨੇ, ਤਾਂ ਉਹਨੂੰ ਸੋਲਵ ਕਰਾਂਗੇ। ਫਿਰ ਆਪਾਂ 7.4 ਕਰਾਂਗੇ। ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਤਾਂ ਕੱਲ ਆਪਾਂ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ। ਤਾਂ ਥੈਂਕ ਯੂ ਸੋ ਮਚ, ਤੁਸੀਂ ਸਾਰਿਆਂ ਨੇ क्लास ਦੇ ਵਿੱਚ ਪਾਰਟਿਸਿਪੇਟ ਕੀਤਾ। ਐਂਡ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਵੀਡੀਓ ਦੇ ਵਿੱਚ। ਓਕੇ ਜੀ, ਗੁੱਡ ਨਾਈਟ ਸਾਰਿਆਂ ਨੂੰ। ਹੈਵ ਏ ਨਾਈਸ ਟਾਈਮ। ਥੈਂਕ ਯੂ ਸੋ ਮਚ।